ਹੈਗਾ ਅਵੇਅਰਨੈਸ ਹੈਲਦੀ ਲਾਈਫ ਸਟਾਈਲ ਦੇ ਬਾਰੇ ਵਿੱਚ ਸਪਰੈਡ ਕਰਨਾ, ਕਿਉਂਕਿ ਜਿਹੜੀ ਆਪਣੀ ਅੱਜ ਦੇ ਟਾਈਮ ਦੇ ਵਿੱਚ ਆਪਣੀ ਕਮਿਊਨਿਟੀ ਜੋ ਸਫਰ ਕਰ ਰਹੀ ਹੈਗੀ ਉਹ ਲਾਈਫ ਸਟਾਈਲ ਦੇ ਰਿਲੇਟਡ ਜੋ ਇਸ਼ੂਜ਼ ਨੇ ਉਹਨਾਂ ਕਰਕੇ ਸਫਰ ਕਰ ਰਹੀ ਹੈਗੀ ਆ, ਜਿਵੇਂ ਕਿ ਡਾਇਬੀਟੀਜ਼ ਹੋ ਗਿਆ, ਓਬੀਸਿਟੀ ਹੋ ਗਿਆ, ਇਹ ਜਿਹੜੇ ਸਾਰੇ ਆਪਾਂ ਨੂੰ ਇਸ਼ੂਜ਼ ਆ ਰਹੇ ਨੇ, ਇਹ ਇਸ਼ੂਜ਼ ਦੀ ਜਿਹੜੇ ਕਾਰਨ ਹੈਗਾ ਆਪਣਾ ਲਾਈਫ ਸਟਾਈਲ। ਤੇ ਇਸ ਲਾਈਫ ਸਟਾਈਲ ਨੂੰ ਆਪਾਂ ਹੈਲਦੀ ਕਿਵੇਂ ਬਣਾ ਸਕਦੇ ਹੈਗੇ ਆ, ਸਟਾਪ ਡਾਇਬੀਟੀਜ਼ ਫਾਊਂਡੇਸ਼ਨ ਇਹਦੇ ਬਾਰੇ ਵਿੱਚ ਡਿਫਰੈਂਟ ਉਪਰਾਲੇ ਕਰਦੀ ਰਹਿੰਦੀ ਆ, ਡਿਫਰੈਂਟ ਇਨੀਸ਼ੀਏਟਿਵਸ ਲੈਂਦੀ ਰਹਿੰਦੀ ਆ। ਤੇ ਇਹੀ ਇੱਕ ਹੋਰ ਇਨੀਸ਼ੀਏਟਿਵ ਸਟਾਪ ਡਾਇਬੀਟੀਜ਼ ਫਾਊਂਡੇਸ਼ਨ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਹੈਗਾ ਵਾ। ਇਹਦੇ ਬਾਰੇ ਆਪਾਂ ਹੋਰ ਜਾਣਕਾਰੀ ਲੈਣ ਲਈ ਆਪਾਂ ਮਨਮੀਤ ਕੌਰ ਕੋਲ ਜਾਣੇ ਹੈਗੇ ਆ। ਮਨਮੀਤ ਜੀ ਦੱਸੋ ਕਿ ਇਹ ਜੋ ਚੈਲੰਜ ਸਟਾਪ ਡਾਇਬੀਟੀਜ਼ ਫਾਊਂਡੇਸ਼ਨ ਸ਼ੁਰੂ ਕਰ ਰਹੀ ਹੈਗੀ ਆ, ਇਹ ਚੈਲੰਜ ਕੀ ਹੈਗਾ ਵਾ? ਸਭ ਤੋਂ ਪਹਿਲੇ ਥੈਂਕਸ ਫॉर ਹੈਵਿੰਗ ਅਸ ਗਗਨ। ਸੋ ਤੁਸੀਂ ਜਾਣਦੇ ਹੋ ਕਿ ਸਾਡੀ ਕਮਿਊਨਿਟੀ ਦੇ ਵਿੱਚ ਡਾਇਬੀਟੀਜ਼ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਸਾਡਾ ਜਿਹੜਾ ਖਾਣਾ ਹੈ ਉਹ ਠੀਕ ਨਹੀਂ ਹੈ, ਤਲਿਆ ਹੋਇਆ ਮਿੱਠਾ, ਉਹਨਾਂ ਦੇ ਪੋਰਸ਼ਨਸ ਜਿਹੜੇ ਨੇ ਉਹ ਠੀਕ ਨਹੀਂ ਨੇ, ਪਲੱਸ ਸਾਡੀ ਡਾਇਟ ਦੇ ਵਿੱਚ ਪ੍ਰੋਟੀਨ ਪ੍ਰੋਪਰ ਨਹੀਂ ਹੁੰਦਾ, ਐਂਡ ਸਭ ਤੋਂ ਜ਼ਿਆਦਾ ਉਹਦੀ ਕੋਈ ਐਕਟੀਵਿਟੀ ਨਹੀਂ ਹੈ, ਕੋਈ ਵਾਕ ਤੇ ਨਹੀਂ ਨਿਕਲ ਪਾਉਂਦਾ, ਵੈਦਰ ਇੰਨਾ ਜ਼ਿਆਦਾ ਖਰਾਬ ਹੈ ਕਿ ਉਸ ਦੇ ਹੀ ਆਲਸ ਦੇ ਕਰਕੇ ਉਹ ਬਾਹਰ ਨਿਕਲ ਨਹੀਂ ਪਾਉਂਦੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਕੰਸੀਡਰ ਕਰਦੇ ਹੋਏ ਅਸੀਂ STF ਦੀ ਡਾਈਟੀਸ਼ੀਅਨਸ ਉਹਨਾਂ ਵਾਸਤੇ ਚੈਲੰਜਸ ਲੈ ਕੇ ਆ ਰਹੇ ਹਾਂ, ਜੋ ਕਿ May 22 ਨੂੰ ਸ਼ੁਰੂ ਹੋ ਰਹੇ ਨੇ। ਅੱਛਾ ਜੀ। ਉਹਦੇ ਵਿੱਚ ਅਸੀਂ ਉਹਨਾਂ ਨੂੰ ਗਾਈਡ ਕਰਾਂਗੇ ਕਿ ਕੀ ਖਾਣਾ ਚਾਹੀਦਾ ਹੈ ਤੁਹਾਡੇ ਵਾਸਤੇ, ਕੀ ਠੀਕ ਹੈ, ਕਿੰਨੀ ਲਾਈਕ ਹੋਰ ਵੀ ਕਾਫੀ ਕੁਝ ਉਹਨਾਂ ਨੂੰ ਹਰ ਸੈਸ਼ਨ ਵਿੱਚ ਲਰਨ ਕਰਨ ਨੂੰ ਮਿਲੇਗਾ। ਬਹੁਤ ਵਧੀਆ ਚੈਲੰਜ ਲੱਗ ਰਿਹਾ ਹੈਗਾ ਵਾ। ਮੈਨੂੰ ਲੱਗਦਾ ਕਿ ਇਹ ਸਾਰੇ ਪੂਰੀ ਫੈਮਿਲੀ ਨੂੰ ਮੋਟੀਵੇਟ ਕਰੇਗਾ ਕਿ ਉਹ ਆਪਣੇ ਜਿਹੜੇ ਲਾਈਫ ਸਟਾਈਲ ਨੂੰ ਹੈਲਦੀ ਰੱਖਣ। ਤੇ ਅਗਰ ਸਟਾਪ ਡਾਇਬੀਟੀਜ਼ ਫਾਊਂਡੇਸ਼ਨ ਦੇ ਆਪਾਂ ਚੈਲੰਜਸ ਦੇ ਬਾਰੇ ਗੱਲ ਕਰੀਏ ਕਿ ਅੱਗੇ ਵੀ ਸਟਾਪ ਡਾਇਬੀਟੀਜ਼ ਫਾਊਂਡੇਸ਼ਨ ਨੇ ਪਾਸ ਦੇ ਵਿੱਚ ਵੀ ਚੈਲੰਜ ਲਏ ਨੇ, ਤੇ ਅਮਨ ਤੁਸੀਂ ਮੈਨੂੰ ਇਹਦੇ ਬਾਰੇ ਦੱਸੋ ਵੀ ਕਿਹੜੇ ਚੈਲੰਜ ਸਟਾਪ ਡਾਇਬੀਟੀਜ਼ ਫਾਊਂਡੇਸ਼ਨ ਕਰ ਚੁੱਕੀ ਆ ਤੇ ਉਸ ਚੈਲੰਜਸ ਦਾ ਆਪਣੀ ਕਮਿਊਨਿਟੀ ਨੂੰ ਕੀ ਫਾਇਦਾ ਹੋਇਆ ਵਾ? ਸੋ ਪਿਛਲੇ ਸਾਲ ਅਸੀਂ ਇੱਕ ਚੈਲੰਜ ਇੰਟਰੋਡਿਊਸ ਕੀਤਾ ਸੀਗਾ, ਉਹਦਾ ਨਾਮ ਸੀਗਾ ਪੀਲ ਅਵੇ ਡਾਇਬੀਟੀਜ਼, ਕਿਉਂਕਿ ਸਾਡਾ ਜਿਹੜਾ ਸਟਾਪ ਡਾਇਬੀਟੀਜ਼ ਫਾਊਂਡੇਸ਼ਨ ਹੈਗਾ ਉਹ ਮੇਨਲੀ ਪੀਲ ਰੀਜਨ ਵਿੱਚ ਹੀ ਅਸੀਂ ਐਕਟੀਵਿਟੀਜ਼ ਕਰਦੇ ਹੈਗੇ ਆ। ਸੋ ਚੈਲੰਜ ਦਾ ਨਾਮ ਸੀਗਾ ਪੀਲ ਅਵੇ ਡਾਇਬੀਟੀਜ਼। ਸੋ ਉਹਦੇ ਵਿੱਚ ਅਸੀਂ ਕਿਹਾ ਸੀਗਾ, ਅਸੀਂ ਰਿਕੁਐਸਟ ਕੀਤੀ ਸੀ ਕਿ ਲੋਕ ਜਿਹੜੇ ਹੈਗੇ ਨੇ ਚੈਲੰਜ ਐਕਸੈਪਟ ਕਰਨ ਤੇ ਜਾਂ ਤੇ ਕੋਈ ਫੂਡ ਰਿਲੇਟਡ ਹੈਬਿਟ ਉਹ ਚੇਂਜ ਕਰਨ ਜਾਂ ਕੋਈ ਐਕਸਰਸਾਈਜ਼ ਰਿਲੇਟਡ ਹੈਬਿਟ ਉਹ ਚੇਂਜ ਕਰਨ। ਤੇ ਫਿਰ ਅਸੀਂ ਕਿਹਾ ਸੀ ਕਿ ਸੋਸ਼ਲ ਮੀਡੀਆ ਤੋਂ ਉੱਪਰ ਤੁਸੀਂ ਇਹ ਚੈਲੰਜ ਸ਼ੇਅਰ ਕਰੋ ਕਿ ਤੁਸੀਂ ਕਿਹੜਾ ਚੈਲੰਜ ਸਿਲੈਕਟ ਕੀਤਾ ਹੈ। ਮੇਬੀ ਤੁਸੀਂ ਕਹਿ ਰਹੇ ਹੋ ਕਿ ਜਦੋਂ ਮੈਂ ਸਵੇਰੇ ਸਾਰ ਚਾਹ ਲੈਂਦਾ ਮੈਂ ਉਹਦੇ ਨਾਲ ਡੋਨਟ ਹੁਣ ਨਹੀਂ ਲਵਾਂਗਾ, ਜਾਂ ਜੇ ਤੁਸੀਂ ਐਕਸਰਸਾਈਜ਼ ਨਹੀਂ ਕਰਦੇ ਹੋ ਮੈਂ ਹਰ ਰੋਜ਼ ਐਟਲੀਸਟ 15-20 ਮਿੰਟ ਵਾਸਤੇ ਵਾਕ ਕਰਾਂਗੇ ਐਵਰੀ ਸਿੰਗਲ ਡੇ, ਰਾਈਟ? ਉਹਦੇ ਨਾਲ ਕੀ ਹੁੰਦਾ ਕਿ ਲੋਕਾਂ ਨੂੰ ਇਨਕਰੇਜਮੈਂਟ ਮਿਲਦੀ ਹੈ, ਮੋਟੀਵੇਸ਼ਨ ਮਿਲਦੀ ਹੈ, ਤੇ ਫਿਰ ਅਕਾਊਂਟੇਬਿਲਿਟੀ ਵੀ ਮਿਲਦੀ ਹੈ, ਰਾਈਟ? ਤੇ ਅਸੀਂ ਇਹ ਵੀ ਦੇਖਿਆ ਸੀ ਕਿ ਜਦੋਂ ਲੋਕਾਂ ਨੇ ਇਹ ਚੈਲੰਜ ਐਕਸੈਪਟ ਕੀਤਾ ਸੀ, ਉਹਨਾਂ ਨੇ ਸਿਰਫ ਇਕੱਲੇ ਐਕਸੈਪਟ ਨਹੀਂ ਕੀਤਾ ਸੀ, ਪੂਰੀ ਫੈਮਿਲੀ ਨੇ ਐਕਸੈਪਟ ਕੀਤਾ ਸੀ। ਅਗੇਨ ਉਹਦੇ ਨਾਲ ਮੋਟੀਵੇਸ਼ਨ ਵੱਧਦੀ ਹੈਗੀ ਹੈ, ਰਾਈਟ? ਤੇ ਜਿਹੜੇ ਅਸੀਂ ਕਹਿੰਦੇ ਕਿ ਸਕਸੈਸ ਦੇ ਚਾਂਸਸ ਜ਼ਿਆਦਾ ਬਣਦੇ ਨੇ ਜੀ, ਜਦੋਂ ਮਤਲਬ ਕਿ ਆਪਣੀ ਪੂਰੀ ਫੈਮਿਲੀ ਇਨਵੋਲਵਡ ਹੈਗੀ, ਆਪਣੇ ਫਰੈਂਡਸ ਇਨਵੋਲਵਡ ਹੈਗੇ, ਆਪਾਂ ਨੂੰ ਉਹਨਾਂ ਤੋਂ ਇਨਕਰੇਜਮੈਂਟ ਮਿਲਦੀ ਹੈਗੀ ਆ, ਤਾਂ ਕਿ ਆਪਾਂ ਉਹ ਚੈਲੰਜ ਨੂੰ ਜੋ ਆਪਾਂ ਐਕਸੈਪਟ ਕੀਤਾ ਹੈਗਾ ਕਿ ਆਪਾਂ ਨੂੰ ਹੋਰ ਮੋਟੀਵੇਸ਼ਨ ਮਿਲਦੀ ਹੈ ਕਿ ਆਪਾਂ ਉਹ ਇਹ ਚੈਲੰਜ ਕਰਨਾ ਹੀ ਕਰਨਾ ਹੈਗਾ, ਕਿਉਂਕਿ ਆਪਾਂ ਅਕਾਊਂਟੇਬਲ ਹੈਗੇ ਆ ਕਿ ਆਪਾਂ ਆਪਣੀ ਫੈਮਿਲੀ ਨਾਲ ਪ੍ਰੋਮਿਸ ਕੀਤਾ ਜਾਂ ਆਪਣੇ ਫਰੈਂਡਸ ਨਾਲ ਪ੍ਰੋਮਿਸ ਕੀਤਾ ਹੈਗਾ ਵਾ। ਸੌਰੀ, ਤੇ ਫੀਡਬੈਕ ਵੀ ਬਹੁਤ ਪੋਜ਼ਿਟਿਵ ਮਿਲੀ ਸੀ, ਲੋਕਾਂ ਨੇ ਬਹੁਤ ਪਸੰਦ ਕੀਤਾ ਚੈਲੰਜ। ਸੋ ਇਸ ਕਰਕੇ ਅਸੀਂ ਇੱਕ ਦੂਸਰਾ ਚੈਲੰਜ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ। ਹਾਂਜੀ ਮਨਮੀਤ ਜੀ ਦੱਸੋ ਇਹ ਚੈਲੰਜ ਦਾ ਨਾਂ ਤੁਸੀਂ ਕੀ ਰੱਖਿਆ ਹੈਗਾ ਵਾ? ਸੋ ਚੈਲੰਜ ਦਾ ਨਾਮ ਹੈ 8 weeks to a healthier you, ਐਂਡ ਇਹਦੇ ਵਿੱਚ WhatsApp ਤੇ ਅਸੀਂ ਵੀਡੀਓਜ਼ ਭੇਜਾਂਗੇ ਐਂਡ ਈਮੇਲਸ ਵੀ ਭੇਜਾਂਗੇ। ਜਿਨ੍ਹਾਂ ਨੇ ਰਜਿਸਟਰ ਕਰਨਾ ਹੈ ਉਹ ਸਾਨੂੰ ਫੋਨ ਕਰ ਸਕਦੇ ਹਨ। ਤੇ ਹਰ ਵੀਕ ਉਹਨਾਂ ਨੂੰ ਕੁਝ ਨਵਾਂ ਟੌਪਿਕ ਔਰ ਰੀਅਲ ਐਗਜ਼ਾਮਪਲਸ ਦਿੱਤੇ ਜਾਣਗੇ ਕਿ ਤੁਸੀਂ ਘਰ ਬੈਠੇ ਉਹਨਾਂ ਨੂੰ ਕਿਵੇਂ ਇੰਪਲੀਮੈਂਟ ਕਰ ਸਕਦੇ ਹੋ ਜੀ। ਬਟ ਅਗਰ ਸਟਾਪ ਡਾਇਬੀਟੀਜ਼ ਫਾਊਂਡੇਸ਼ਨ ਦੀ ਆਪਾਂ ਚੈਲੰਜਸ ਦੀ ਗੱਲ ਕਰੀਏ, ਪਹਿਲਾ ਚੈਲੰਜ ਤੁਹਾਡੇ ਤੋਂ ਆਪਾਂ ਨੂੰ ਪਲੈਜ ਕਰਨ ਲਈ ਕਹਿੰਦਾ ਸੀਗਾ, ਰਾਈਟ? ਉਹ ਗਾਈਡੈਂਸ ਨਹੀਂ ਸੀਗੀ ਵੀ ਉਹ ਤੁਸੀਂ ਜੋ ਚੈਲੰਜ ਕਰ ਰਹੇ ਹੈਗੇ ਉਹਨੂੰ ਤੁਸੀਂ ਕਿਵੇਂ ਹਾਊ ਯੂ ਗੋਨਾ ਗੋ ਅਬਾਊਟ ਡੂਇੰਗ ਦੈਟ ਚੈਲੰਜ। ਇਹ ਹੁਣ ਜਿਹੜੇ ਸੈਕਿੰਡ ਆਪਣੇ ਇਨੀਸ਼ੀਏਟਿਵ ਜੋ ਸਟਾਪ ਡਾਇਬੀਟੀਜ਼ ਫਾਊਂਡੇਸ਼ਨ ਲੈ ਰਹੀ ਹੈ 8 weeks to healthier you, ਉਹਦੇ ਵਿੱਚ ਇਹ ਵੀ ਮਤਲਬ ਤੁਸੀਂ ਕਹਿ ਰਹੇ ਹੋ ਕਿ ਦੱਸੋਗੇ ਕਿ ਉਹ ਕਰਨੇ ਕਿਵੇਂ ਨੇ? ਹਾਂਜੀ। ਸੋ ਹੁਣ ਉਹ ਫੋਨ ਕਰਕੇ ਜਾਂ ਸਾਨੂੰ ਇਸ ਨੰਬਰ ਤੇ ਫੋਨ ਕਰਕੇ 6479867867 ਤੇ ਫੋਨ ਕਰਕੇ ਉਹ ਰਜਿਸਟਰ ਕਰ ਸਕਦੇ ਨੇ।
ਤੇ ਉੱਥੋਂ ਹੀ ਉਹਨਾਂ ਨੂੰ ਉਹਨਾਂ ਦਾ ਨਾਮ ਰਜਿਸਟਰ ਕਰ ਲਿੱਤਾ ਜਾਏਗਾ ਤੇ ਉੱਥੇ ਦੱਸ ਸਕਦੇ ਨੇ ਕਿ ਉਹਨਾਂ ਨੂੰ ਕਿਹੜੀ ਲੈਂਗੁਏਜ ਵਿੱਚ ਇਨਫੋਰਮੇਸ਼ਨ ਚਾਹੀਦੀ ਹੈ, ਉਰਦੂ ਵਿੱਚ ਚਾਹੀਦੀ ਹੈ, ਹਿੰਦੀ ਵਿੱਚ ਚਾਹੀਦੀ ਹੈ ਜਾਂ ਪੰਜਾਬੀ ਚਾਹੀਦੀ ਹੈ, ਤੇ ਉਹ ਹੀ ਵੀਡੀਓ ਉਹਨਾਂ ਨੂੰ ਸੈਂਡ ਕੀਤੀ ਜਾਏਗੀ ਅੱਗੇ। ਤੇ ਅਗਰ ਮਨਮੀਤ ਜੇ ਗੱਲ ਕਰੀਏ ਕਿ ਇਹ ਚੈਲੰਜ ਇੰਪੋਰਟੈਂਟ ਕਾਤੋਂ ਹੈਗਾ, ਇਹਦਾ ਫਾਇਦਾ ਕੀ ਹੋਏਗਾ? ਇਹ ਚੈਲੰਜ ਨਾਲ ਉਹਨਾਂ ਦਾ ਲਾਈਕ ਉਹ ਇੱਕ ਤੇ ਹੈਲਦੀ ਖਾਣਾ ਸ਼ੁਰੂ ਕਰ ਦੇਣਗੇ, ਪਲੱਸ ਇਹਦੇ ਨਾਲ weight loss ਵੀ ਹੋਏਗਾ। ਸਾਡੀ ਕੋਸ਼ਿਸ਼ ਰਹੇਗੀ ਕਿ ਉਹਨਾਂ, ਕਿਉਂਕਿ ਜੋ ਡਾਇਬੀਟੀਜ਼ ਹੈ ਉਹ weight loss ਨਾਲ ਰਿਲੇਟਡ ਹੈ। ਕਾਫੀ ਐਵੇਂ ਦੀ ਸਟੱਡੀਜ਼ ਹੋਈਆਂ ਨੇ ਕਿ ਅਗਰ ਕਿਸੇ ਨੂੰ ਡਾਇਬੀਟੀਜ਼ ਹੈਗੀ ਹੈ ਤੇ ਉਹ weight loss ਕਰਦੇ ਨੇ ਤੇ ਉਹਨਾਂ ਦੇ ਜੋ ਬਲੱਡ ਸ਼ੂਗਰਸ ਹੈ ਉਹ ਇੰਪਰੂਵ ਹੁੰਦੇ ਨੇ। ਪਲੱਸ ਜੋ ਅਗਰ ਕਿਸੇ ਦਾ weight ਜ਼ਿਆਦਾ ਹੈ ਉਹਨਾਂ ਨੂੰ ਅੱਗੇ ਡਾਇਬੀਟੀਜ਼ ਹੋਣ ਦੇ ਦੁਬਾਰਾ ਉਹਨਾਂ ਨੂੰ ਹੋਣ ਦੇ ਚਾਂਸਸ ਹੁੰਦੇ ਨੇ। ਸੋ ਉਹ ਪ੍ਰੀਵੈਂਸ਼ਨ ਕਰਨ ਲਈ ਜਾਂ ਡਾਇਬੀਟੀਜ਼ ਹੈਗੀ ਤੇ ਉਹਨੂੰ ਰੋਕਣ ਲਈ ਜਾਂ ਮੈਨੇਜ ਕਰਨ ਲਈ weight loss ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਸੋ ਇਹਨਾਂ ਚੈਲੰਜਸ ਦੇ ਵਿੱਚ ਉਹਨਾਂ ਦਾ weight loss ਵੀ ਹੋਏਗਾ। ਸਾਡਾ ਟਾਰਗੇਟ ਹੈ ਕਿ 1 ਪਾਊਂਡ ਪਰ ਵੀਕ ਉਹ weight loss ਕਰਵਾ ਸਕੇ। ਅਗਰ ਹੁਣ weight ਦੀ ਗੱਲ ਕਰੀਏ ਕਿ weight ਜਿਹੜਾ ਹੈਗਾ ਆਪਣੀ ਹੈਲਥ ਦੇ ਲਈ ਬਹੁਤ ਰਿਲੇਟਡ ਹੁੰਦਾ ਹੈਗਾ ਵਾ, ਅਗਰ ਇਹ ਕੁਐਸਚਨ ਮੈਂ ਤੁਹਾਨੂੰ ਅੰਬਰ ਜੀ ਪੁੱਛਾਂ ਕਿ ਕਿਵੇਂ ਰਿਲੇਟਡ ਹੈਗਾ weight ਆਪਣੀ ਹੈਲਥ ਦੇ ਨਾਲ? वेट और हेल्थ का बहुत ही करीब का ताल्लुक़ है। जैसे कि वक्त बदल रहा है, आप सब जानते हैं। एक तो वक्त इसलिए भी बदल रहा है कि लोगों की सोच में तब्दीली आ रही है, साथ हम पढ़े लिखे लोग ज़्यादा हैं, रिसर्चेस बहुत ज़्यादा हो रही हैं। तो पहले ज़माने में वज़न बढ़ना सेहतमंदी की निशानी होती थी, लेकिन अब जैसे जैसे नई एविडेंसेस आ रहे हैं हमें पता चल रहा है कि वज़न बढ़ना एक्चुअली बहुत सारे क्रॉनिक हेल्थ कंडीशन का कारण होता है, उसकी वजह बन जाती है। मनमीत ने जिक्र किया डायबिटीज़ का, बहुत इंपॉर्टेंट पॉइंट है, लेकिन इसके अलावा हार्ट हेल्थ, आर्थराइटिस, ऑस्टियोपोरोसिस, हड्डियों की कई बीमारियों का आप नाम लें, उनका ताल्लुक वज़न से है। इंडाइजेशन की प्रॉब्लम रहती है वज़न से, वज़न की वजह से लोग फिजिकल एक्टिविटी अच्छी नहीं कर सकते और फिर उसकी वजह से दूसरे मसाइल होने के चांसेस बढ़ जाते हैं। ब्लड प्रेशर, वज़न एक ऐसी चीज़ है जिसको आपने कंट्रोल में रखना है, अपना जितना हो सकता है नॉर्मल बॉडी वेट रखें ताकि अपनी ज़िंदगी को हेल्दी ज़िंदगी हेल्थ के साथ जी सकें, अपनी फैमिली के साथ एक हेल्दी लाइफ स्टाइल गुजार सकें। अंबर ने बहुत अच्छा पॉइंट बोला कि जो हमारा वेट है वो हमारी हेल्थ से रिलेटेड है। अगर आप देखें कि अभी कुछ सालों से क्या हुआ है कि ओबेसिटी, मोटापा बढ़ा है, और मोटापे के साथ साथ जो बीमारियां हैं जैसे डायबिटीज़ है और कार्डियोवास्कुलर डिजीज़ हैं वो भी बढ़ी हैं मोटापे की वजह से। सो वेट को अपने जो आपके लिए हेल्दी वेट पे रहना बहुत ज़्यादा ज़रूरी है, उसको मेंटेन करना बहुत ज़्यादा ज़रूरी है। अगर हम वेट की बात करें मनमीत जी, आप बताएं कि हमारा वेट कैसे गेन होता है, क्यों गेन होता है? ਸੋ ਗਗਨ ਮੈਂ ਤੁਹਾਨੂੰ ਇਹਦੇ ਨਾਲ ਇੱਕ ਐਗਜ਼ਾਮਪਲ ਦੇ ਨਾਲ ਦਵਾਂਗੀ। ਸਪੋਜ਼ ਕਿਸੇ ਦੀ ਰੂਟੀਨ ਹੈ ਕਿ ਸਵੇਰੇ ਉੱਠ ਕੇ ਜਾਂਦੇ ਜਾਂਦੇ ਉਹਨਾਂ ਨੇ ਇੱਕ ਟਿਮ ਹਾਰਟਨਸ ਤੋਂ ਫ੍ਰੈਂਚ ਵਨੀਲਾ ਲਿੱਤਾ ਐਂਡ ਇੱਕ ਬੇਗਲ ਲਿੱਤਾ। ਫ੍ਰੈਂਚ ਵਨੀਲਾ ਦੇ ਅੰਦਰ ਕੈਲੋਰੀਜ਼ ਨੇ 250 ਤੇ ਜਸਟ ਸਮਾਲ ਵਨ, ਤੇ ਅਗਰ ਇੱਕ ਬੇਗਲ ਲਿੱਤਾ ਹੈ ਉਹ 250 ਕੈਲੋਰੀਜ਼। ਸੋ ਉਹ 500 ਕੈਲੋਰੀਜ਼ ਦਾ ਇਨਟੇਕ ਇੱਕ ਦਿਨ ਵਿੱਚ ਐਕਸਟਰਾ ਹੈ, ਉਸ ਬਾਕੀ ਸਾਰਾ ਦਿਨ ਤੇ ਚਲੇਗਾ ਉਹਨਾਂ ਦਾ ਖਾਣਾ ਜੋ ਵੀ ਹੈ ਉਹਨਾਂ ਦਾ। ਸੋ 500 ਕੈਲੋਰੀਜ਼ ਇੱਕ ਦਿਨ ਵਿੱਚ ਜੋ ਕਿ 7 ਦਿਨਾਂ ਦੇ ਵਿੱਚ 3500 ਕੈਲੋਰੀਜ਼ ਹੋ ਜਾਣਗੀਆਂ, ਉਹ 1 ਪਾਊਂਡ weight ਵਧਾ ਦਿੰਦੇ ਨੇ। ਸੋ ਦੈਟਸ ਅੱਧਾ ਕਿਲੋ ਬੇਸਿਕਲੀ। ਐਂਡ ਅਗਰ ਉਹ ਜੋ 3500 ਕੈਲੋਰੀਜ਼ ਨੇ ਉਹ ਜ਼ਰੂਰੀ ਨਹੀਂ ਕਿ 7 ਦਿਨ ਵਿੱਚ ਹੋਣਗੀਆਂ, ਉਹ 2 ਦਿਨ ਵਿੱਚ ਵੀ ਹੋ ਸਕਦੀਆਂ ਨੇ, ਉਹ 10 ਦਿਨਾਂ ਵਿੱਚ ਵੀ ਹੋ ਸਕਦੀਆਂ ਨੇ, ਔਰ ਉਹ 1 ਮਹੀਨੇ ਵਿੱਚ ਵੀ ਹੋ ਸਕਦੀਆਂ ਨੇ। ਅਗਰ ਗੱਲ ਕਰੀਏ ਕਿ ਨੈਗੇਟਿਵ ਬੈਲੈਂਸ ਕੀ ਹੁੰਦਾ ਹੈਗਾ ਵਾ, ਅਗਰ weight ਦੇ ਰਿਲੇਟਡ ਜਾਂ weight loss ਦੇ ਵਿੱਚ ਨੈਗੇਟਿਵ ਬੈਲੈਂਸ ਦਾ ਕੀ ਮਤਲਬ ਹੈਗਾ? ਸੋ ਇਸ ਪ੍ਰੋਸੈਸ ਨੂੰ ਕਹਿੰਦੇ ਨੇ ਪੋਜ਼ਿਟਿਵ એનર્ਜੀ ਬੈਲੈਂਸ, ਜਦੋਂ ਕੈਲੋਰੀਜ਼ ਜ਼ਿਆਦਾ ਹੁੰਦੀਆਂ ਨੇ। ਸੋ ਨੈਗੇਟਿਵ એનર્ਜੀ ਬੈਲੈਂਸ ਜਦੋਂ ਬਾਡੀ ਦੇ ਵਿੱਚ ਅਸੀਂ ਕ੍ਰੀਏਟ ਕਰਦੇ ਹਾਂ, ਮਤਲਬ ਅਸੀਂ ਕੈਲੋਰੀਜ਼ ਦੀ ਡੈਫੀਸ਼ੀਐਂਸੀ ਕ੍ਰੀਏਟ ਕਰਨੀ ਹੈ ਉਹਦੇ ਅੰਦਰ। ਸੋ ਸਪੋਜ਼ ਕਿਸੇ ਨੂੰ 1800 ਕੈਲੋਰੀਜ਼ ਚਾਹੀਦੀਆਂ ਨੇ, ਤੇ ਉਹਨਾਂ ਦਾ ਜਿਹੜਾ ਆਊਟਪੁੱਟ ਹੈ ਉਹਨੂੰ ਇਨਕਰੀਜ਼ ਕਰਕੇ, ਸਪੋਜ਼ ਫਿਜ਼ੀਕਲ ਐਕਟੀਵਿਟੀ ਕਰਕੇ ਉਹਦੀ ਕੈਲੋਰੀਜ਼ ਜ਼ਿਆਦਾ ਬਰਨ ਕਰਵਾਈਆਂ ਤੇ ਉਹਦੀ ਥੋੜੀ ਜਿਹੀ ਕੈਲੋਰੀਜ਼ ਕੱਟ ਕਰਵਾਈਆਂ ਖਾਣੇ ਦੇ ਵਿੱਚ, ਪਰ ਉਹਦੇ ਵਿੱਚ ਪ੍ਰੋਟੀਨ ਹੋਣਾ ਬਹੁਤ ਜ਼ਰੂਰੀ ਹੈ ਅਗਰ ਕੱਟ ਕਰਵਾਈਆਂ। ਸੋ ਅਗਰ 500 ਦਾ ਇੱਕ ਦਿਨ ਦੇ ਵਿੱਚ ਕ੍ਰੀਏਟ ਹੁੰਦਾ ਹੈ, ਅਗੇਨ 7 ਦਿਨਾਂ ਦੇ ਵਿੱਚ ਉਹ 3500 ਕੈਲੋਰੀਜ਼ ਦਾ ਕ੍ਰੀਏਟ ਹੋਏਗਾ ਨੈਗੇਟਿਵ એનર્ਜੀ ਬੈਲੈਂਸ, ਤੇ 1 ਪਾਊਂਡ weight loss ਹੋਏਗਾ। ਜੀ ਜੀ। ਤੇ ਅਗਰ ਆਪਾਂ ਗੱਲ ਕਰੀਏ ਕਿ ਆਪਣਾ ਜਿਹੜਾ ਟਾਰਗੇਟ weight loss ਹੈਗਾ ਵਾ ਉਹ ਕਿੰਨਾ ਹੋਣਾ ਚਾਹੀਦਾ ਹੈਗਾ ਵਾ ਪਰ ਮੰਥ ਵਿੱਚ? ਸੋ ਅਗਰ ਅਸੀਂ ਹੈਲਦੀ weight loss ਦੀ ਗੱਲ ਕਰੀਏ, ਇਹ ਜੋ 3500 ਕੈਲੋਰੀਜ਼ ਵਾਲਾ ਕਨਸੈਪਟ ਹੈ ਜਿਹਦੇ ਨਾਲ 1 ਪਾਊਂਡ weight loss ਹੁੰਦਾ ਹੈ ਪਰ ਵੀਕ, that is healthy weight loss. So in a month it should be 4 to 5 pounds.
ਜੋ ਕਿ 2 किलो ਦਾ weight loss। جی اگر آپ امبر جی آپ کا پوائنٹ ایڈ کرنا چاہیں گے؟ ہاں میں اس میں تھوڑا سا پوائنٹ ایڈ کرنا چاہ رہی تھی. جیسے ابھی منمیت نے ایگزامپل دی کہ 500 ہم نیگیٹو بیلنس کریٹ کریں باڈی میں بائی ورکنگ آؤٹ, برننگ آور کیلوریز, اور ساتھ ہی ساتھ ہیلدی ایٹنگ بھی امپورٹنٹ ہے, اور باقی جو کیلوری انٹیک ہے اس کو بھی بیلنس رکھنا ہے. جی کیونکہ سم ٹائمز لوگ یہ سمجھتے ہیں کہ میں جتنا چاہے کھا لوں اور اس کے بعد میں 4 گھنٹہ ورک آؤٹ کر لوں گا, یا میں جم چلا جاتا ہوں, یا میں تو واکنگ اتنی زیادہ کرتا ہوں. اور کچھ لوگ یہ سمجھتے ہیں کہ ہم اپنے کام پہ تو بہت بزی ہوتے ہیں, تو وی آر ویری ایکٹیو, ہماری کیلوریز وہاں برن ہو رہی ہیں. تو ہیلدی کھانا ہے. اگر 1800 لیتے تھے عام دنوں میں, تو اس میں سے ہائی کیلوری فوڈ اومٹ کر کے اس کو آپ 1300 تک لے کے جائیں یا 1400 تک, اور پھر ورک آؤٹ کریں. سو یو ول ڈیفینیٹلی سی دا ویٹ لاس آن لائک اے ویکلی اینڈ دین منتھلی بیسس. جی تو آپ کیا بتا رہی ہیں کہ کیونکہ ڈسکشن ہوتی ہے کہ فزیکل ایکٹیویٹی زیادہ امپورٹنٹ ہے جہاں پھر کھانا کو کنٹرول میں کرنا, پورشن اور بیلنس میل کھانا وہ زیادہ امپورٹنٹ ہے. میرا اگر پوائنٹ آف ویو آپ پوچھیں, جو میرا ایکسپیرینس نالج کے بیس پر, میرے حساب سے ان دونوں کی ایکول امپورٹنس ہے. اور ان دونوں کی ایکول امپورٹنس صرف ویٹ لاس اور ویٹ مینجمنٹ کے علاوہ ہیلدیئر یو میں بہت امپورٹنٹ ہے. بیماریوں سے دور رکھنے کے لیے فزیکل ایکٹیویٹی کی جتنی امپورٹنس ہے اتنی ہی ہیلدی کھانے کی امپورٹنٹ ہے. اکثر ہم اپنے کلائنٹ کو ٹیچنگ میں بولتے ہیں کہ ڈائٹ, ایکسرسائز اینڈ میڈیکیشن, دیٹس ہاؤ یو ول گیٹ دا بیلنس. لائک یو کین ناٹ گیٹ دا بیلنس ود اونلی 2 things. تو بیلنس ہر چیز کا چاہیے. فزیکل ایکٹیویٹی ایز امپورٹنٹ ایز ہیلدی ایٹنگ, اینڈ اف یور ڈاکٹر پرسکرائب میڈیکیشن دیٹ از آلسو امپورٹنٹ. پر وہ سننے والے, دیکھنے والے جن کو کوئی بیماری نہیں ہے, جو کوئی دوا نہیں کھاتے, ہیلدی ایٹنگ اینڈ فزیکل ایکٹیویٹی گو ہینڈز ان ہینڈز. اور ایسا نہیں ہے کہ ابھی جو لوگوں کو ڈائبٹیز ہے یا بلڈ پریشر ہے ان کے لیے ایکسرسائز امپورٹنٹ ہے. ایکسرسائز سبھی کے لیے ہی امپورٹنٹ ہے, چھوٹے بچے سے لے کر بڑے بزرگ تک ایکسرسائز امپورٹنٹ ہے. اگر اس ایکسرسائز کی ہم بات کریں, ایکسرسائز کے پہلے فائدے کیا ہیں آپ کو؟ ایکسرسائز کے ویسے تو بے شمار فائدے ہیں, لیکن جب ہم ایکسرسائز کرتے ہیں, ایک سرٹن لائک اسٹرینس فزیکل ایکٹیویٹی جس کی ہم بات کرتے ہیں, جس میں آپ اگر واکنگ کر رہے ہیں تو واکنگ نو ٹاکنگ, تاکہ وہ اس کا مطلب پورا ہو سکے, جس میں بلڈ سرکولیشن امپروو ہو. جب خون اچھے سرکولیٹ کرتا ہے فرام ٹاپ ٹو باٹم, تو بیسیکلی باڈی کے تمام پارٹس کو آکسیجن مل رہی ہوتی ہے. سو دیٹ از ڈائریکٹلی ریلیٹڈ, کیونکہ ہمارا جسم جو ہے وہ آکسیجن پہ نرش کرتا ہے, جو ہم سب جانتے ہیں. اس کے علاوہ باڈی ٹونڈ ہوتی ہے. جو لوگ سیڈینٹری لائف اسٹائل کے عادی ہوتے ہیں, جو ہر وقت بیٹھنا پسند کرتے ہیں, یا اسکرین ٹائم, یا ان کے آفس کی جاب ایسی ہے جس میں وہ بیٹھنا مجبوری ہے ان کی, تو اگر کوئی افینڈڈ نہ ہو اس بات سے, تو اکثر ایسا ہوتا ہے کہ باڈی کا شیپ آؤٹ آف پلیس ہو جاتا ہے, جو دکھنے میں اتنا اچھا نہیں لگتا, جس کو اگر ہم اپنے کلینکل سائنٹیفک ٹرمز میں یوز کریں تو ایبڈومینل اوبیسٹی آ جاتی ہے. سو فزیکل ایکٹیویٹی آپ کی باڈی ٹوننگ کے لیے, بیٹر سرکولیشن کے لیے, بیٹر ہیلتھ کے لیے, سب کے لیے بہت امپورٹنٹ ہے. ویری ویری امپورٹنٹ انفارمیشن امبر جی, تھینک یو. اور اگر آپ نے بات کی ہے فزیکل ایکٹیویٹی کی, فزیکل ایکٹیویٹی آپ کے چیلنج سے ریلیٹڈ ہے منمیت جی؟ ہاں جی, ہم ہمارے سارے جو چیلنجز ہیں اس میں کچھ نہ کچھ فزیکل ایکٹیویٹی ہوگی. لائک اسٹارٹنگ میں تھوڑی سی 5 to 10 منٹس کے لیے موٹیویٹ کریں گے, اینڈ کرتے کرتے آفٹر 2 weeks ان کی اچھی لائک جو ریکمنڈیشنز ہیں 30 منٹس پر ڈے وہ وہاں تک پہنچائیں گے. اور اگر میں صحیح سمجھ پائی ہوں, یہ 8 week کا چیلنج ہوگا؟ ہاں جی 8 week کا چیلنج ہوگا. تو اس میں لیکن میں بھی پھر سے شروعات سے ہمارے یہ درشکوں کو بتا دیں کہ کیسے یہ 8 week کا جو پروگرام ہے اسٹیپ بائی اسٹیپ کیسے انرول کیسے چلے گا. سو ہماری رجسٹریشنز ابھی ہم نے ایڈورٹائز بھی نہیں کیا, مارکیٹ بھی نہیں کیا, بٹ ابھی بھی ہمارے پاس 20 رجسٹریشنز آلریڈی ہو چکی ہیں. That's great. Congratulations. تھینک یو. اور ویسے بھی یہ فری پروگرام ہے, کسی کو کچھ پے نہیں کرنا, اور اس میں سب کچھ سیکھنے کو ہی مل رہا ہے ان کے اپنے لیے. جی. اینڈ یہ جو ہے ہم پروگرام اسٹارٹ کر رہے ہیں, یہ جو چیلنجز ہیں ہم اسٹارٹ کر رہے ہیں May 22 کو, اینڈ جولائی 15 تک چلے گا. ہمارا ایونٹ بھی ہے اسٹاپ ڈائبٹیز کا May 14 کو, تو جو لوگ وہاں آئیں گے ان کی بھی رجسٹریشن ہوگی, اور وہ بھی یہ ویڈیوز یا ای میل ریسیو کریں گے. جی. اور یہ رجسٹریشن کی پروسیس, جیسے آپ نے بولا تھا کہ نمبر آپ نے دیا ہے اور آپ نے ای میل دیا ہے, اور کوئی ہے اور کوئی انفارمیشن آپ لیں گے اس کے لیے, اور کچھ اور کرنا پڑے گا؟ سو رجسٹر کرنے کے لیے وہ اس نمبر پہ, اگین آئی ریپیٹ اٹ, 647-986-7867, وہ اس نمبر پہ کال کر سکتے ہیں.
एंड फिर हमारा ही स्टॉप डायबिटीज़ से कोई ना कोई उन्हें कॉल करेगा अगर वो पर्सनल इन्फॉर्मेशन देने में इंटरेस्टेड हो पार्टिसिपेट करने के लिए कि उनकी हाइट क्या है, वेट क्या है, बट इट्स ऑप्शनल अगेन. ये ऐसा नहीं कि उनको देनी ही पड़ेगी. इफ़ दे वांट टू दे कैन गिव. और उस दे जस्ट मतलब उनको सिर्फ एक ईमेल देनी है और फ़ोन नंबर देना है ये चैलेंजेस रिसीव करने के लिए. और वो जो चैलेंज है वीक बाय वीक जो मिलेंगे वो सिर्फ जो लोग रजिस्टर कर रहे हैं उनको ही मिलेंगे. हाँ जी. जो एजुकेशनल वीडियोस जो आप प्रिपेयर कर रहे हो टिप्स के साथ साथ वो जो लोग रजिस्टर करेंगे इस चैलेंज के लिए उनको ही प्रोवाइड होगी. तो प्लीज़ आपसे दरख्वास्त है कि जो हमारे जो दर्शक देख रहे हैं कि अगर आप इस प्रोग्राम में रजिस्टर करना चाहते हो तो हमें इनको आप ईमेल कर सकते हो और फ़ोन भी कर सकते हो जो नंबर आ रहा है. और कोई आप अंबर जी जो हमारे शो के दर्शक शो को देख रहे हैं उनको आप कोई स्पेशल रिक्वेस्ट करना चाहेंगे रजिस्ट्रेशन के? इस प्रोग्राम का सुनकर तो मैं इतनी एक्साइटेड हो रही हूँ, तो मैं आप सबको इनवाइट करूँगी कि अभी नंबर मिलाएं जो नंबर आप हमारी कॉल करने के लिए इस्तेमाल करते हैं. आप ऑन एयर प्लेज ले सकते हैं. इसके अलावा हम मज़ीद कोई इन्फॉर्मेशन आपसे नहीं लेंगे, फिर आप अपना नंबर लीव कर दीजिएगा और हम आपको वापस कॉल बैक करके जो प्रोसेस है रजिस्ट्रेशन का वो कंप्लीट कर देंगे. बट आई थिंक दिस इज़ द राइट टाइम. गो अहेड, डोंट ओवर थिंक अबाउट इट. जो करने का काम है, जो कल करने का काम है वो आज करके आप रजिस्टर करें. लाइक आई एम रियली एक्साइटेड एंड कॉन्ग्रेचुलेशंस टू मनमीत ऑन दिस ग्रेट इनिशिएटिव. वी आर ऑल पार्ट ऑफ स्टॉप डायबिटीज़. लेकिन हर दफ़ा ये जो नए चैलेंजेस आते हैं ये हमें भी एक्साइट करते हैं और हमारी एक्साइटमेंट उस वक्त दुगनी हो जाती है जब हमारे क्लाइंट्स उसमें पार्टिसिपेट करते हैं. सो आई वुड हाईली इनकरेज यू गाइस, जो भी दर्शक सुन रहे हैं देख रहे हैं हमें, कि वो फ़ौरन हमें इसी नंबर पे जिस नंबर पे आप हमेशा हमें कॉल करते हैं उस पर कॉल करें और अपने आप को रजिस्टर कराएं हमारे साथ. क्या हम इस चैलेंज को ऑन एयर लोग रजिस्टर कर सकते हैं आज? बिल्कुल कर सकते हैं. मनमीत हमें ज़्यादा बताएंगे. हाँ जी, कर सकते हैं. सो दे आर रेडी टू आपका प्लेज लेने के लिए. आप कॉल करके हमें बता सकते हैं कि आप इस चैलेंज को एक्सेप्ट करेंगे. ये 8 वीक का बहुत अच्छा चैलेंज, मैं बोलूँगी चैलेंज वर्ड नहीं बोलना चाहती हूँ क्योंकि चैलेंज नहीं है, ये आपकी हेल्प करने के लिए ये इनिशिएटिव है. और इसमें आप अकेले नहीं होंगे, आप अपने फैमिली मेम्बर्स को भी अपने साथ रखें, अपने फ्रेंड्स को भी साथ रखें ताकि इस जो इनिशिएटिव का जो फ़ायदा है वो सभी को हो सके. हाँ जी, अमन आप क्या ऐड करना चाहेंगे? ਤੇ ਚੈਲੰਜ ਦੇ ਬਾਰੇ ਮੈਂ ਇੱਕ ਹੋਰ ਮੈਂ ਗੱਲ ਦੱਸਣਾ ਚਾਹੁੰਦੀ ਸੀ ਕਿ ਇਹਦੇ ਵਿੱਚ ਐ ਨਹੀਂ ਕਿ ਕੋਈ ਅਸੀਂ ਤੁਹਾਨੂੰ ਕੋਈ ਮੈਜਿਕ ਟਿਪ ਦੇਣ ਲੱਗੇ ਆ ਜਾਂ ਕੋਈ ਅਸੀਂ ਐ ਨਹੀਂ ਚਾਹੁੰਦੇ ਕਿ ਤੁਸੀਂ ਕੋਈ ਮਤਲਬ ਵੱਡੇ ਵੱਡੇ ਤੁਸੀਂ ਚੇਂਜਸ ਲੈ ਕੇ ਆਓ. ਸੋ ਹਰ ਇੱਕ ਹਫਤੇ ਜਿਹੜੇ ਤੁਸੀਂ ਟਿਪਸ ਸੁਣੋਗੇ, ਜਿਹੜੇ ਤੁਸੀਂ ਟਿਪਸ ਦੇਖੋਗੇ ਉਹ ਰੀਅਲਿਸਟਿਕ ਟਿਪਸ ਹੈਗੇ ਨੇ, ਈਜ਼ੀ ਟਿਪਸ ਹੈਗੇ ਨੇ ਜੋ ਤੁਸੀਂ ਆਪਣੀ ਲਾਈਫ ਵਿੱਚ, ਆਪਣੀ ਫੈਮਿਲੀ ਦੀ ਲਾਈਫ ਵਿੱਚ ਤੁਸੀਂ ਇੰਪਲੀਮੈਂਟ ਕਰ ਸਕਦੇ ਹੋ. ਤੇ ਅਸੀਂ ਇਹ ਚਾਹੁੰਦੇ ਹਾਂ ਕਿ ਜੋ ਵੀ ਤੁਸੀਂ ਟਿਪਸ ਇੰਪਲੀਮੈਂਟ ਕਰਦੇ ਹੋ ਉਹ ਸਿਰਫ ਉਹ 8 ਹਫ਼ਤਿਆਂ ਵਾਸਤੇ ਤੁਸੀਂ ਨਹੀਂ ਕਰਨੇ ਨੇ, ਤੁਸੀਂ ਮਤਲਬ ਲਾਈਫ ਲੌਂਗ ਤੁਸੀਂ ਕਰਨਾ ਹੈਗਾ. ਰਾਈਟ, ਜੋ ਮਤਲਬ ਕਿ ਆਪਾਂ ਲਾਈਫ ਸਟਾਈਲ ਦੇ ਜਿਹੜੇ ਟਿਪਸ ਤੁਸੀਂ ਦੇਣੇ ਹੈਗੇ ਆ ਸਿਰਫ ਤੇ ਸਿਰਫ ਐਵੇਂ ਨਹੀਂ ਹੈਗਾ ਕਿ ਕੁਇਕ ਫਿਕਸ ਤੁਸੀਂ ਇਹ ਦੇਣਾ ਹੈਗਾ ਕਿ ਤੁਸੀਂ ਇਹ ਟਿਪਸ ਨੂੰ ਫੋਲੋ ਕਰੋ 2 ਮਹੀਨੇ ਤੇ ਤੁਹਾਡਾ weight lose ਹੋ ਜਾਏਗਾ. ਇਹ ਤੁਸੀਂ ਕਹਿ ਰਹੇ ਹੈਗੇ ਹੋ ਕਿ ਇਹ ਲੌਂਗ ਲਾਸਟਿੰਗ ਹੈਗਾ ਵਾ, ਇਹ ਤੁਸੀਂ ਮਤਲਬ ਕਿ ਹੈਬਿਟਸ ਚੇਂਜ ਕਰ ਰਹੇ ਹੈਗੇ ਹੋ. ਹਾਂਜੀ. ਸੋ ਅਗੇਨ ਅਮਨ ਦੀ ਗੱਲ ਨਾਲ ਹੀ ਐਡ ਕਰਨਾ ਚਾਹ ਰਹੀ ਹਾਂ ਕਿ ਅਗਰ ਇਹਦੇ ਵਿੱਚ ਉਹਨਾਂ ਨੇ ਹੈਲਦੀ ਈਟਿੰਗ ਹੈਬਿਟਸ ਡਿਵੈਲਪ ਕਰਨੀਆਂ ਨੇ. ਹੁਣ ਜਿਵੇਂ ਕਿ ਸਾਡੀ ਜਿਹੜੀ ਇੰਡੀਅਨ ਡਾਇਟਸ ਨੇ ਮੋਸਟਲੀ ਜਾਂ ਪਾਕਿਸਤਾਨੀ ਡਾਇਟਸ ਨੇ ਉਹਦੇ ਵਿੱਚ ਪ੍ਰੋਟੀਨ ਨਹੀਂ ਹੁੰਦਾ ਉਹਦੇ ਵਿੱਚ ਪ੍ਰੋਪਰਲੀ, ਐਂਡ ਪ੍ਰੋਟੀਨ ਦੇ ਕੀ ਸੋਰਸਿਸ ਨੇ ਉਹਨਾਂ ਨੂੰ ਇਸ ਚੈਲੰਜ ਸੇ ਸਾਰੇ ਪਤਾ ਚੱਲਣਗੇ ਕਿ ਆਪਣੀ ਡਾਇਟ ਵਿੱਚ ਕਿਵੇਂ ਪ੍ਰੋਟੀਨ ਰੱਖ ਸਕਦੇ ਨੇ. ਇਹ ਇੱਕ ਚੈਲੰਜ ਹੈ. ਪਰ ਅਗਰ ਆਪਾਂ ਬੈਲੈਂਸ ਮੀਲ ਦੀ ਗੱਲ ਕਰੀਏ, ਪ੍ਰੋਟੀਨ ਵੀ ਇੰਪੋਰਟੈਂਟ ਹੈਗਾ ਤੇ ਲਾਈਕ ਮਤਲਬ ਕਿ ਮੇ ਵੀ ਆਪਾਂ ਹਰ ਇੱਕ ਹਫਤੇ ਜਦੋਂ ਨਿਊਟ੍ਰੀਸ਼ਨ ਦੇ ਬਾਰੇ ਗੱਲ ਕਰਦੇ ਹੈਗੇ ਆ, ਮਾਰਚ ਮਹੀਨੇ ਦੇ ਵਿੱਚ ਆਪਾਂ ਜੋ ਗੱਲ ਹੋਈ ਹੈਗੀ ਆ ਆਪਾਂ ਬੈਲੈਂਸ ਪਲੇਟ ਦੀ ਗੱਲ ਕੀਤੀ ਹੈਗੀ ਆ. ਅੰਬਰ ਜੀ ਤੁਸੀਂ ਕੁਇਕਲੀ ਮੇ ਵੀ 1 ਮਿੰਟ ਜਾਂ 2 ਮਿੰਟ ਮੈਨੂੰ ਐਕਸਪਲੇਨ ਕਰ ਦਿਓ ਕਿ ਮੈਂ ਆਪਣੀ ਜਿਹੜੀ ਸਰੋਤਿਆਂ ਦੀ ਜਿਹੜੀ ਮੈਮਰੀ ਹੈਗੀ ਉਹ ਰੀਫਰੈਸ਼ हो जाए कि हेल्दी बैलेंस ईटिंग की होंगी हैगी. बैलेंस मील खाने के लिए हम यूज़ करते हैं हेल्दी प्लेट. हेल्दी प्लेट क्या है? 10 इंच की प्लेट है, उसका जो आधा है वो होनी चाहिए सब्ज़ी. ठीक है, अब वो चाहे पकी हुई सब्ज़ी हो तो आपने ये सोचना है कि 1 कप पकी हुई सब्ज़ी आधी प्लेट को कवर कर लेती है. कच्ची सब्ज़ी है तो 1 कप पकी हुई कच्ची सब्ज़ी भी आपने सलाद की फॉर्म में ले ली. 1/4 ऑफ अ प्लेट होना चाहिए प्रोटीन, जो मनमीत उस पर बहुत हमें बार बार याद दिला रही है कि इम्पॉर्टेंट पार्ट ऑफ योर हेल्दी प्लेट है. उसके अंदर दाल होती है, राजमा,
अगर नॉन वेज कोई खाता है तो पनीर, एग कोई लेता है तो, और जो उसके बाद जो क्वार्टर प्लेट बची है वो है हमारे स्टार्चेस एंड ग्रेन की, जिसमें एक छोटी चेंज की रोटी आ जाती है या बिल्कुल 1/3 कप ऑफ पका हुआ चावल आ जाता है, साथ में एक फल और दूध या दही की सर्विंग के साथ हेल्दी प्लेट कंप्लीट हो जाती है। जी, थैंक यू अमर, आपने बहुत अच्छी तरह बहुत क्विकली से हमें हमारी मेमोरी जो है वो रिफ्रेश कर दी, सो थैंक यू वेरी मच। अगर हम आप बात करें, आप तीनों ही रजिस्टर्ड डाइटिशियंस हैं और आप प्रैक्टिस करती हैं, जब आप क्या क्या मिथ्स लोगों को क्या होती है कि जब आपके पास आते हैं, लेकिन जैसे हम सुनते हैं कि अगर आप चावलों को बॉईल कर लो तो उसमें से जो कार्बोहाइड्रेट है वो चला जाता है, फिर उसके बाद आप जितना राइस खाना चाहें उतना खा सकते हैं, इसमें क्या सच्चाई है? इसमें सच्चाई बहुत थोड़ी सी है, बमुश्किल 10% सच्चाई है वो क्योंकि पानी में निकल जाती है। लोगों को पानी में जो पानी का चिपचिपापन देख के लोग समझते हैं कि जो सारा स्टार्च है वो उसके अंदर चला गया, ड्रेन के अंदर। ठीक है, चला गया, लेकिन चावल के अंदर स्टार्च मौजूद होता है। चावल का जो स्ट्रक्चर है उसके अंदर कार्बोहाइड्रेट्स मौजूद रहते हैं। आपको हमेशा वॉच करना है पोर्शन ऑफ योर राइस। आपने अगर पानी फेंक दिया है, उससे बेसिकली आपने बी विटामिन्स ज़ाया कर दिए हैं उसके, और जो कि मेरे हिसाब से कोई अच्छी एडवाइस नहीं है। मैं आपको एडवाइस करूंगी कि भले चावल को पानी के साथ पका लो, लेकिन पोर्शन को कंट्रोल करो। 1 कप चावल के अंदर 3 छोटी चेंज की रोटियों के बराबर कार्बोहाइड्रेट होता है, 1 कप पका हुआ चावल। तो दिस इज़ अ मैसेज, पानी फेंकने से कोई फ़ायदा नहीं है, पोर्शन कंट्रोल करने से आपको बेनिफिट होगा। जी, मतलब कि सभी खाना कोई ऐसा नहीं होता कि बहुत, मतलब कि कुछ खाने हैं जो सेहत के लिए काफ़ी नुकसानदायक होते हैं, जो खाने आपके फ़ायदेमंद भी होते हैं उनका भी आपको पोर्शन वॉच करना बहुत ज़्यादा इम्पॉर्टेंट होता है। हाँ जी मनमीत जी, आप प्रोटीन के बारे में बता रही थी, क्योंकि कई लोग साउथ एशियन कम्युनिटी में वेजिटेरियन हैं, तो और उनको प्रॉब्लम आती है कि जो वेजिटेरियन सोर्सेज क्या होते हैं प्रोटीन के। मैं साथ साथ बताती चलूँ कि जो आज आप डिस्कशन देख रहे हो, यही डिस्कशन आपको जब आप चैलेंज में पार्टिसिपेट करोगे आपको मिलेगी, और आपको यही क्विक टिप्स मिलेंगे। आप डाइटिशियन से भी आप ईमेल पे आप क्वेश्चंस पूछ सकोगे जब ये आप जो चैलेंज है उसको एक्सेप्ट करोगे। हाँ जी, गोइंग बैक मनमीत जी, आप बताएं कि जो वेजिटेरियन सोर्सेज होते हैं प्रोटीन के, वो क्या होते हैं? ਸੋ ਗਗਨ, ਜੋ ਪ੍ਰੋਟੀਨ ਹੈ ਉਹ ਬਿਲਡਿੰਗ ਬਲਾਕ ਹੈ ਬੋਡੀ ਦਾ, ਤੇ ਉਹ ਸਾਨੂੰ ਜੋ ਹੈ ਉਹਦੀ ਜ਼ਰੂਰਤ ਹੁੰਦੀ ਹੈ ਡਾਈਟ ਦੇ ਵਿੱਚ। ਐਂਡ ਜੋ ਵੈਜੀਟੇਰੀਅਨ ਸੋਰਸਿਸ ਨੇ, ਜਿਵੇਂ ਜਿੰਨੀ ਵੀ ਦਾਲਾਂ ਨੇ ਉਹਨਾਂ ਵਿੱਚ ਪ੍ਰੋਟੀਨ ਹੁੰਦਾ ਹੈ। ਸੋਇਆਬੀਨ, ਟੋਫੂ, ਪੀਨਟ ਬਟਰ ਦੇ ਅੰਦਰ ਨਟਸ ਲੈ ਸਕਦੇ ਨੇ, ਇਹ ਸਾਰੇ, ਐਂਡ ਰੋਸਟਡ ਚਨੇ ਜਿਨ੍ਹਾਂ ਨੂੰ ਪੁੱਜੇ ਚਨੇ ਕਿਹਾ ਜਾਂਦਾ ਹੈ, ਅਕਸਰ ਯੂਜ਼ ਕਰਦੇ, ਇਹ ਸਾਰੇ ਵੈਜੀਟੇਰੀਅਨ ਪ੍ਰੋਟੀਨ ਸੋਰਸਿਸ ਨੇ। ਐਂਡ ਇਹ ਮੀਲ ਦੇ ਵਿੱਚ 1 ਟਾਈਮ ਜਾਂ 2 ਟਾਈਮ ਹੋਣੇ ਜ਼ਰੂਰੀ ਨੇ। ਜੀ ਜੀ, ਥੈਂਕ ਯੂ ਮਨਮੀਤ ਜੀ। ਤੇ ਪ੍ਰੋਟੀਨ ਦੇ ਬਾਰੇ ਵਿੱਚ ਦੱਸਣ ਵਾਸਤੇ ਹੋਰ ਕਿਹੜੇ ਹੈਲਦੀ ਆਪਸ਼ਨਸ ਹੈਗੇ ਨੇ? ਜਿਵੇਂ ਆਪਾਂ ਮੀਟ ਦੀ ਗੱਲ ਕਰੀਏ, ਕਿ ਸਾਰੇ ਮੀਟ ਹੀ ਹੈਲਦੀ ਹੁੰਦੇ ਨੇ ਕਿ ਇਕੁਅਲ ਇੰਪੋਰਟੈਂਸ ਰੱਖਦੇ ਨੇ? ਨਹੀਂ, ਉਹਦੇ ਵਿੱਚ ਜਿਹੜੇ ਰੈੱਡ ਮੀਟਸ ਨੇ, ਜਿਵੇਂ ਬੀਫ, ਪੋਰਕ ਜਾਂ ਲੈਮ, ਉਹਨਾਂ ਦੇ ਵਿੱਚ ਜੋ ਹੈ ਫੈਟ ਜ਼ਿਆਦਾ ਹੁੰਦਾ ਹੈ। ਸੋ ਚਿਕਨ, ਫਿਸ਼, ਐਗ ਲੈ ਸਕਦੇ ਨੇ। ਐਗ ਦਾ ਜਿਹੜਾ ਜਿਹਨੂੰ ਜ਼ਰਦੀ ਕਿਹਾ ਜਾਂਦਾ ਹੈ, ਪੀਲਾ ਵਾਲਾ ਹਿੱਸਾ, ਉਹ ਹਫਤੇ ਦੇ ਵਿੱਚ 1 ਜਾਂ 2 ਵਾਰ ਲੈਣਾ ਚਾਹੀਦਾ, ਉਸ ਤੋਂ ਜ਼ਿਆਦਾ ਨਹੀਂ। ਪਰ ਜਿਹੜਾ ਵਾਈਟ ਵਾਲਾ ਪਾਰਟ ਹੈ, ਚਿੱਟਾ ਵਾਲਾ, ਉਹ ਲੈ ਸਕਦੇ ਨੇ। ਜੀ, ਥੈਂਕ ਯੂ ਮੈਮ ਮਨਮੀਤ ਜੀ। ਹਾਂਜੀ ਅਮਨ, ਅਗਰ ਅਸੀਂ ਤੁਹਾਡੇ ਤੋਂ ਪੁੱਛੀਏ ਕਿ ਵੈਜੀਟੇਬਲਸ ਦੇ ਬਾਰੇ ਵਿੱਚ, ਕਿ ਵੈਜੀਟੇਬਲਸ ਆਪਣੇ ਲਈ ਕੀ ਇੰਪੋਰਟੈਂਸ ਰੱਖਦੀਆਂ ਹੈਗੀਆਂ ਨੇ ਆਪਣੀ ਬਾਡੀ ਦੇ ਵਿੱਚ? ਸੋ ਵੈਜੀਟੇਬਲਸ ਬਹੁਤ ਜ਼ਰੂਰੀ ਹੈਗੀਆਂ ਨੇ। ਸੋ ਵੈਜੀਟੇਬਲਸ ਅਸੀਂ ਕਹਿੰਦੇ ਆ ਕਿ ਵੈਜੀਟੇਬਲਸ ਵਿਦ ਇੰਨੀ ਜ਼ਿਆਦਾ ਕੈਲੋਰੀਜ਼ ਨਹੀਂ ਹੁੰਦੀਆਂ ਨੇ, ਉਹਦੇ ਨਾਲ ਸਾਡਾ ਢਿੱਡ ਵੀ ਜ਼ਿਆਦਾ ਭਰਦਾ ਹੈਗਾ, ਰਾਈਟ। ਸੋ ਕਦੇ ਕਦੀ ਫੋਰ ਐਗਜ਼ਾਮਪਲ ਜਦੋਂ ਅਸੀਂ ਰਾਈਸ ਖਾਂਦੇ ਹਾਂ, ਰਾਈਸ ਬਹੁਤ ਡੈਂਸ ਹੁੰਦੇ ਨੇ, ਉਹਦੇ ਵਿੱਚ ਬਹੁਤ ਜ਼ਿਆਦਾ ਕੈਲੋਰੀਜ਼ ਹੁੰਦੇ ਨੇ, ਰਾਈਟ। ਸੋ ਸਾਨੂੰ ਜ਼ਿਆਦਾ ਵੀ ਖਾਣਾ ਪੈਂਦਾ ਹੈ ਢਿੱਡ ਭਰਨ ਵਾਸਤੇ। ਪਰ ਜੇ ਅਸੀਂ ਵੈਜੀਟੇਬਲਸ ਖਾਂਦੇ ਹਾਂ, ਉਹਦੇ ਵਿੱਚ ਨਿਊਟ੍ਰੀਐਂਟਸ ਬਹੁਤ ਹੁੰਦੇ ਨੇ, ਵਿਟਾਮਿਨਸ, ਮਿਨਰਲਸ, ਫਾਈਬਰ ਬਹੁਤ ਜ਼ਿਆਦਾ ਹੁੰਦਾ ਹੈ। ਸੋ ਮਤਲਬ ਸਾਡਾ ਢਿੱਡ ਵੀ ਭਰਦਾ ਹੈਗਾ ਤੇ ਇੰਨੀ ਜ਼ਿਆਦਾ ਕੈਲੋਰੀਜ਼ ਵੀ ਨਹੀਂ ਅੰਦਰ ਜਾਂਦੀਆਂ ਨੇ। ਜੀ, ਸੋ ਅਗਰ ਆਪਾਂ, ਤੁਸੀਂ ਕਿਹਾ ਕਿ ਵੈਜੀਟੇਬਲਸ ਇੰਪੋਰਟੈਂਟ ਨੇ, ਇਜ਼ ਇਟ ਓਕੇ ਕਿ ਆਪਾਂ ਵੈਜੀਟੇਬਲ ਜੂਸ ਲੈ ਲਈਏ ਕਿ ਅਗਰ ਆਪਾਂ ਨੂੰ ਕੋਲ ਟਾਈਮ ਨਹੀਂ ਹੈਗਾ, ਇਨਸਟੈਡ ਆਫ ਆਪਾਂ ਸੈਲਡ ਖਾਣ ਦੇ? ਵੈਰੀ ਗੁੱਡ ਕੁਐਸਚਨ। ਸੋ ਆਈ ਨੋ ਕਿ ਬਹੁਤ ਲੋਕ ਇੱਦਾਂ ਸੋਚਦੇ ਨੇ ਤੇ ਕਹਿੰਦੇ ਨੇ ਕਿ ਅੱਛਾ ਮੈਂ ਵੈਜੀਟੇਬਲਸ ਖਾ ਨਹੀਂ ਸਕਦੀ ਹਾਂ, ਜਾਂ ਮੇਬੀ ਮੈਨੂੰ ਕੱਚੀਆਂ ਵੈਜੀਟੇਬਲਸ ਪਸੰਦ ਨਹੀਂ ਹੈਗੀਆਂ ਨੇ, ਮੈਂ ਜੂਸ ਪੀ ਲਵਾਂਗੀ, ਰਾਈਟ। ਪਰ ਅਸੀਂ ਕਹਿੰਦੇ ਕਿ ਜਿਹੜੇ ਬੈਨੀਫਿਟਸ ਵੈਜੀਟੇਬਲਸ ਜਾਂ ਸਬਜ਼ੀ ਜਿੱਦਾਂ ਵੀ ਤੁਸੀਂ ਖਾਣਾ ਚਾਹੁੰਦੇ ਹੋ, ਰॉ ਜਾਂ ਕੁਕਡ, ਜਿਹੜੇ ਬੈਨੀਫਿਟਸ ਉਹਦੇ ਵਿੱਚ ਹੈਗੇ ਉਹ ਜੂਸ ਦੇ ਵਿੱਚ ਨਹੀਂ ਹੈਗੇ ਨੇ, ਰਾਈਟ। ਜੂਸ ਯੂਜੂਅਲੀ ਜ਼ਿਆਦਾ ਪ੍ਰੋਸੈਸਡ ਹੁੰਦਾ ਹੈ, ਤੇ ਫਿਰ ਜਦੋਂ ਜੂਸ ਬਣਾਉਂਦੇ ਨੇ, ਜੇ ਤੁਸੀਂ ਘਰ ਵੀ ਆਪਣਾ ਜੂਸ ਬਣਾਉਂਦੇ ਹੋ, ਇੱਕ ਸਾਈਡ ਮਤਲਬ ਪਾਣੀ ਨਿਕਲਦਾ ਜਾਂ ਜੂਸ ਨਿਕਲਦਾ ਹੈ, ਤੇ ਦੂਸਰੇ ਸਾਈਡ ਜਿਹੜਾ ਪਲਪ ਹੁੰਦਾ ਹੈ,
ਜਿਹਦੇ ਵਿੱਚ ਫਾਈਬਰ ਤੇ ਹੋਰ ਵੀ ਬਹੁਤ ਸਾਰੇ ਨਿਊਟ੍ਰੀਐਂਟਸ ਹੁੰਦੇ ਨੇ ਉਹ ਅਸੀਂ ਸੁੱਟ ਦਿੰਦੇ ਆ ਰਾਈਟ। ਸੋ ਅਸੀਂ ਕਹਿੰਦੇ ਆ ਕਿ ਜੂਸ ਤੁਸੀਂ ਅਵੋਇਡ ਕਰੋ ਤੇ ਜਿੱਦਾਂ ਵੀ ਤੁਹਾਨੂੰ ਸਬਜ਼ੀ ਪਸੰਦ ਹੈਗੀ ਹੈ, ਜੇ ਤੁਹਾਨੂੰ ਮਤਲਬ ਪੱਕੀ ਹੋਈ ਸਬਜ਼ੀ ਜਾਂ ਤੁਹਾਨੂੰ ਸੂਪ ਵਿੱਚ ਸਬਜ਼ੀ ਪਸੰਦ ਹੈਗੀ ਆ ਜਾਂ ਜੇ ਤੁਹਾਨੂੰ ਵੈਜੀਟੇਬਲ ਡਿਪ ਦੇ ਨਾਲ ਤੁਹਾਨੂੰ ਸਬਜ਼ੀ ਪਸੰਦ ਹੈਗੀ ਹੈ ਤੁਸੀਂ ਉਹਦਾ ਖਾ ਸਕਦੇ ਹੋ। ਸਿਰਫ ਇੱਕ ਰਿਕੁਐਸਟ ਹੈਗੀ ਹੈ ਕਿ ਜੇ ਤੁਸੀਂ ਸਬਜ਼ੀ ਕੁੱਕ ਕਰ ਰਹੇ ਹੈਗੇ ਹੋ ਪਲੀਜ਼ ਤੁਸੀਂ ਇੰਨਾ ਜ਼ਿਆਦਾ ਤੇਲ ਨਹੀਂ ਯੂਜ਼ ਕਰਨਾ ਹੈਗਾ ਜਦੋਂ ਤੁਸੀਂ ਤੜਕਾ ਜਾਂ ਜਦੋਂ ਤੁਸੀਂ ਉਹਦੀ ਪ੍ਰੈਪਰੇਸ਼ਨ ਕਰ ਰਹੇ ਹੋ। ਜੀ ਮੈਨੂੰ ਲੱਗਦਾ ਹੈ ਕਿ ਇਹੀ ਚੀਜ਼ਾਂ ਜਿਵੇਂ ਕੁਕਿੰਗ ਮੈਥਡਸ ਨੇ ਰਾਈਟ, ਇਹ ਹਿਡਨ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਤੇ ਆਪਾਂ ਫੋਕਸ ਨਹੀਂ ਕਰਦੇ ਤੇ ਫਿਰ ਆਪਾਂ ਨੂੰ ਸਮਝ ਨਹੀਂ ਆਉਂਦਾ ਕਿ ਆਪਣਾ weight ਜਿਹੜਾ ਗੇਨ ਹੋ ਰਿਹਾ ਉਹ ਕਿਸ ਵਜ੍ਹਾ ਕਰਕੇ ਹੋ ਰਿਹਾ ਹੈਗਾ। ਤੇ ਫਿਰ ਬਹੁਤ ਗਲਤਫਹਿਮੀਆਂ ਵੀ ਹੁੰਦੀਆਂ ਨੇ ਜਿੱਦਾਂ ਤੁਸੀਂ ਕਿਹਾ ਸੀ ਰਾਈਟ। ਸੋ ਫੋਰ ਐਗਜ਼ਾਮਪਲ ਅਸੀਂ ਵੀ ਬਹੁਤ ਵਾਰੀ ਅਸੀਂ ਕਲੀਨਿਕ ਵਿੱਚ ਦੇਖਦੇ ਹਾਂ ਲੋਕ ਕਹਿੰਦੇ ਨੇ ਕਿ ਅੱਛਾ ਪਹਿਲੇ ਤੇ ਅਸੀਂ ਸੋਡਾ ਬਹੁਤ ਪੀਂਦੇ ਸੀ, ਹੁਣ ਅਸੀਂ ਸੋਡਾ ਨਹੀਂ ਪੀਂਦੇ ਹੈਗੇ ਆ, ਉਹਦੇ ਜਗ੍ਹਾ ਵਿੱਚ ਅਸੀਂ ਜੂਸ ਪੀ ਰਹੇ ਹਾਂ। ਜੂਸ ਤੇ ਹੈਲਥੀ ਹੈਗਾ ਰਾਈਟ, ਉਹੀ ਉਹ ਉਦਾਂ ਸਮਝਦੇ ਨੇ ਰਾਈਟ। ਸੋ ਅਗੇਨ ਜੂਸ ਵਿੱਚ ਬਹੁਤ ਜ਼ਿਆਦਾ ਸ਼ੂਗਰ ਹੁੰਦੀ ਹੈ, ਪ੍ਰੋਸੈਸਡ ਹੁੰਦਾ ਹੈ। ਜੇ ਤੁਸੀਂ ਘਰ ਵੀ ਆਪਣਾ ਜੂਸ ਬਣਾਓ ਅਗੇਨ ਸ਼ੂਗਰ ਜ਼ਿਆਦਾ ਹੁੰਦੀ ਹੈ ਰਾਈਟ, ਕੈਲੋਰੀਜ਼ ਜ਼ਿਆਦੀਆਂ ਹੁੰਦੀਆਂ ਨੇ ਤੇ ਫਿਰ ਤੁਹਾਡਾ ਢਿੱਡ ਇੰਨਾ ਭਰਦਾ ਨਹੀਂ ਹੈਗਾ। ਸੋ ਅਸੀਂ ਕਹਿੰਦੇ ਹਾਂ ਕਿ ਤੁਸੀਂ ਫਰੂਟ ਲਵੋ ਜੀ, ਮਤਲਬ ਕਿ ਤੁਸੀਂ ਆਪਣਾ ਖਾਣਾ ਖਾ ਲਓ ਇਨਸਟੈਡ ਆਫ ਕਿ ਤੁਸੀਂ ਉਸ ਨੂੰ ਪੀਵੋ ਤੇ ਮੈਂ ਵੀ ਪੀਣ ਦੇ ਨਾਲ ਆਪਣੀ ਜਿਹੜੀ ਬਾਡੀ ਨੂੰ ਸੈਟੀਸਫੈਕਸ਼ਨ ਵੀ ਨਹੀਂ ਮਿਲਦੀ ਤੇ ਫਿਰ ਆਪਾਂ ਫਿਰ ਲੱਗਦਾ ਕਿ ਆਪਾਂ ਕੁਝ ਖਾਣਾ ਹੈਗਾ ਕਿ ਆਪਾਂ ਆਲਰੇਡੀ ਮਤਲਬ ਕਿ ਸਮੂਦੀ ਪੀ ਚੁੱਕੇ ਹੁੰਦੇ ਆ ਜਾਂ ਜੂਸ ਪੀ ਚੁੱਕੇ ਹੁੰਦੇ ਆ, ਆਪਣਾ ਪੇਟ ਉਸ ਨਾਲ ਨਹੀਂ ਭਰਦਾ ਹੈਗਾ। ਹਾਂਜੀ ਅੰਬਰ ਜੀ ਤੁਸੀਂ पॉइंट ऐड की करना चाहोगे? एक्चुअली जब अमन बता रही थी जूसेस और वेजिटेबल्स का, तो हम सब के सामने ऐसे क्लाइंट ज़रूर आते हैं जो बताते हैं कि हम करेले का जूस पीते हैं टू कंट्रोल देयर ग्लाइसेमिक, they have a good control of the glycemic। तो होता क्या है कि ये बात भी ठीक है, करेला बहुत हेल्पफुल है, उससे ब्लड शुगर लेवल एकदम राइज नहीं होता, लेकिन ये भी प्रूव हो चुका है कि करेले को एज अ सब्जी अगर आप खाएंगे तो यू विल हैव मोर बेनिफिट देन हैविंग करेले का जूस। जी, क्योंकि लोग ये समझते हैं कि जितना कौड़ा करेला होगा उतनी मेरी शुगर कंट्रोल में होगी। तो प्लीज़ उस सारे मैसेजेस को ध्यान में रखिएगा कि चाहे कोई भी वेजिटेबल हो उसको वेजिटेबल्स को खाना ज़्यादा हेल्दी है बजाय उसका कि जूस निकालना। जी, मतलब कि जो खाना खाना चाहिए वो होलसम खाना चाहिए, ना कि जो प्रोसेस्ड हो वो खाना चाहिए, जो आप बता रही हैं। थैंक यू अमर जी। और अगर आज हमारे पास टाइम है तो हम बात करेंगे कि जो लास्ट वीक हमने बात की थी कि जब आप बाहर खाते हो राइट, उसमें आपको क्या क्या हेल्दी ऑप्शंस अवेलेबल हैं, आप उनको चूज़ कर सकते हो। उसमें अगर हम बात करें कि हम काम पे जाते हैं राइट और उसमें हमें टाइम नहीं मिलता, तभी हमें बाहर खाने की ज़रूरत पड़ती है, तो क्या टिप आप दे सकते हो कि क्विक लंच जो हम घर से प्रिपेयर करके ले जा सकते हैं अपने काम पे? तो बेसिकली यहाँ पर ये वर्ड यूज़ करते हैं हम लोग मील प्लानिंग। आई नो लोगों को थोड़ा पसंद नहीं होता, हम डाइटिशियंस को बहुत पसंद है ये वर्ड यूज़ करना, लेकिन इसका सिंपल मतलब ये होता है कि प्लान थोड़ा सा पहले कर लें राइट। अगर आप काम नहीं भी करते हैं, काम करते भी हैं, तो अगर आपने अपना वीक थोड़ा सा प्लान कर लिया है, जैसे अगर नॉन वेज आइटम्स खाने का शौक है तो जैसे चने उबाल लिए, छोले उबाल लिए, सैलड में ऐड कर लिया, रोस्टेड वेजिटेबल्स आपको पसंद है तो आपने उसके डब्बे बना के रख लिए, चिकन को स्टीम करके लाइट मसाले के साथ ग्रिल करके आपने रख लिया, आपकी उससे आपके क्विक सैंडविचेस बन सकते हैं। बाज़ार जाके सब्वे खाने की ज़रूरत नहीं, हम घर में बना सकते हैं, सलाद रख के ग्रिल चिकन का पीस रख के और सैलड्स बना सकते हैं। जो भी खाना पकाए हमने लास्ट सेशन में प्रीवियस एपिसोड्स में बहुत बात की थी कि हेल्दियर कुकिंग मेथड्स को यूज़ करें और प्लान अहेड और अकॉर्डिंग टू योर चॉइस योर रिसोर्सेज एट वर्क, कि आपको काम पे गर्म करने की सहूलत है नहीं है, और उसके अकॉर्डिंगली अपना पहले से डब्बे बना के अगर रख लिए जाएंगे तो बेसिकली इट विल डेफिनेटली हेल्प यू टू स्टॉप ईटिंग अनहेल्दी और ईटिंग आउटसाइड। हाँ जी, ਹੋਪਫੁਲੀ ਮੇਰੀ ਉਮੀਦ ਹੈਗੀ ਹੈ ਕਿ ਦਰਸ਼ਕਾਂ ਨੂੰ ਇਹ ਹੈਲਪਫੁਲ ਟਿਪਸ ਦੀ ਮਤਲਬ ਕਿ ਕਾਫੀ ਫਾਇਦਾ ਹੋਏਗਾ। ਇਹ ਸਿਰਫ ਤੁਹਾਡੇ ਲਈ ਪ੍ਰੀਵਿਊ ਹੈਗਾ ਵਾ ਕਿ ਇਹ ਜਿਹੜਾ ਸਾਡਾ ਚੈਲੰਜ ਹੈਗਾ ਵਾ 8 ਵੀਕਸ ਟੂ ਹੈਲਦੀ ਯੂ, ਕਿ ਉਹਦੇ ਵਿੱਚ ਇਹ ਕੀ ਇਨਵੋਲਵ ਹੋਏਗਾ। ਮੈਨੂੰ ਪੂਰੀ ਉਮੀਦ ਹੈਗੀ ਆ, ਹੋਪ ਹੈਗੀ ਆ ਕਿ ਤੁਸੀਂ ਇਹਦੇ ਤੋਂ ਪੂਰਾ ਫਾਇਦਾ ਉਠਾਓਗੇ ਤੇ ਇਹੀ ਚੀਜ਼ਾਂ ਤੇ ਇਹੀ ਟਿਪਸ ਦੇ ਬਾਰੇ ਵਿੱਚ ਹੋਰ ਡੀਟੇਲ ਦੇ ਵਿੱਚ ਤੁਹਾਨੂੰ ਇਹ ਚੈਲੰਜ ਅਵੇਅਰ ਕਰੇਗਾ, ਤੁਹਾਡੀ ਬਹੁਤ ਜ਼ਿਆਦਾ
ਜ਼ਿਆਦਾ ਅੱਗੇ ਜਾ ਕੇ ਹੈਲਪ ਹੋਏਗੀ। ਸੋ ਪਲੀਜ਼ ਮੇਰੀ ਰਿਕੁਐਸਟ ਹੈਗੀ ਆ ਕਿ ਤੁਸੀਂ ਇਸ ਚੈਲੰਜ ਨੂੰ ਜ਼ਰੂਰ ਐਕਸੈਪਟ ਕਰਨਾ। ਇਹ 8 ਵੀਕਸ ਦਾ ਚੈਲੰਜ ਹੈਗਾ ਕਿ ਜਿਹੜਾ ਕਿ ਤੁਹਾਡੀ ਪੂਰੀ ਲਾਈਫ ਵਿੱਚ ਤੁਹਾਡੀ ਹੈਲਪ ਕਰੇਗਾ। ਹਾਂਜੀ ਅਮਨ ਜੀ, ਆਪਾਂ ਗੱਲ ਕਰ ਰਹੇ ਸੀਗੇ ਇਹ ਚੈਲੰਜ ਦੇ ਬਾਰੇ ਦੇ ਵਿੱਚ, ਤੇ ਇਹ ਮੈਨੂੰ ਤੁਸੀਂ ਇੱਕ ਵਾਰੀ ਫਿਰ ਰਨ ਡਾਊਨ ਦੇ ਦਿਓ ਕਿ ਆਪਣੇ ਦਰਸ਼ਕਾਂ ਨੂੰ ਪਤਾ ਚੱਲ ਜੇ ਚੰਗੀ ਤਰ੍ਹਾਂ ਕਿ ਇਹ ਜਿਹੜਾ ਚੈਲੰਜ ਹੈਗਾ ਇਹ ਕੀ ਹੈਗਾ ਵਾ, ਤੇ ਫਿਰ ਇਹ ਰਜਿਸਟ੍ਰੇਸ਼ਨ ਦੀ ਤੁਸੀਂ ਅਗਰ ਇਨਫੋਰਮੇਸ਼ਨ ਫਿਰ ਤੋਂ ਸਾਡੇ ਦਰਸ਼ਕਾਂ ਨਾਲ ਰਿਵਿਊ ਕਰੋ, ਬਹੁਤ ਹੈਲਪਫੁਲ ਹੋਏਗਾ। ਸੋ ਜਿੱਦਾਂ ਤੁਸੀਂ ਕਿਹਾ ਸੀਗਾ ਕਿ ਇਹ 8 ਵੀਕ ਦਾ ਚੈਲੰਜ ਹੈਗਾ, ਹਰ ਇੱਕ ਹਫਤੇ ਇੱਕ ਨਵਾਂ ਚੈਲੰਜ ਮਿਲੇਗਾ ਲੋਕਾਂ ਨੂੰ, ਤੇ ਉਹਦੇ ਨਾਲ ਟਿਪਸ ਵੀ ਮਿਲਣਗੀਆਂ। ਤੇ ਜਦੋਂ ਤੁਸੀਂ ਰਜਿਸਟਰ ਕਰੋਗੇ ਅਸੀਂ ਤੁਹਾਨੂੰ ਪੁੱਛਾਂਗੇ ਕਿ ਜਿਹੜੀਆਂ ਟਿਪਸ ਹੈਗੀਆਂ ਨੇ ਤੁਸੀਂ ਕਿੱਦਾਂ ਦੇਖਣਾ ਚਾਹੁੰਦੇ ਹੋ, ਜਾਂ ਤਾਂ ਤੁਸੀਂ ਈਮੇਲ ਵਿੱਚ ਟਿਪਸ ਤੁਹਾਨੂੰ ਮਿਲ ਸਕਦੀਆਂ ਨੇ, ਜਾਂ ਤੁਹਾਡੇ WhatsApp ਦੇ ਉੱਪਰ ਵੀ ਅਸੀਂ ਟਿਪਸ ਤੇ ਵੀਡੀਓ ਅਸੀਂ ਭੇਜ ਸਕਦੇ ਹਾਂ। ਤੇ ਇੱਕ ਚੀਜ਼ ਮੈਂ ਕਹਿਣਾ ਚਾਹਾਂਗੀ ਕਿ ਇਹ ਜਿਹੜਾ ਚੈਲੰਜ ਹੈਗਾ ਸਿਰਫ ਉਹਨਾਂ ਵਾਸਤੇ ਨਹੀਂ ਹੈਗਾ ਜਿਨ੍ਹਾਂ ਨੂੰ ਡਾਇਬੀਟੀਜ਼ ਹੈਗੀ। ਆਈ ਨੋ ਕਿ ਅਸੀਂ ਡਾਇਬੀਟੀਜ਼ ਦੇ ਬਾਰੇ ਬਹੁਤ ਗੱਲ ਕਰਦੇ ਹਾਂ, ਪਰ ਇਹ ਚੈਲੰਜ ਮੇਨਲੀ ਉਹਨਾਂ ਵਾਸਤੇ ਹੈਗਾ ਜੋ ਥੋੜਾ ਜਿਹਾ weight lose ਕਰਨਾ ਚਾਹੁੰਦੇ ਨੇ, ਜੋ ਥੋੜਾ ਹੈਲਥੀ ਹੈਲਥੀ ਹੋਣਾ ਚਾਹੁੰਦੇ ਨੇ। ਸਿਰਫ ਉਹਨਾਂ ਵਾਸਤੇ ਨਹੀਂ ਹੈ ਕਿ ਜਿਨ੍ਹਾਂ ਨੂੰ ਡਾਇਬੀਟੀਜ਼ ਹੈਗੀ ਹੈ, ਸਭਨਾਂ ਦੇ ਵਾਸਤੇ ਹੈਗੀ ਹੈ, ਸਭਨਾਂ ਦੇ ਵਾਸਤੇ ਹੈਗਾ, ਉਹਨਾਂ ਦੀ ਫੈਮਲੀਜ਼ ਵਾਸਤੇ ਵੀ ਹੈਗਾ। ਤੇ ਚੈਲੰਜ ਦਾ ਇੱਕ ਇਹ ਵੀ ਗੱਲ ਹੈਗੀ ਕਿ ਜੋ ਵੀ ਅਸੀਂ ਗੋਲਸ ਜਾਂ ਜੋ ਵੀ ਅਸੀਂ ਉਹਨਾਂ ਨੂੰ ਲੋਕਾਂ ਨੂੰ ਟਿਪਸ ਅਸੀਂ ਦੇ ਰਹੇ ਹੈਗੇ ਆ, ਉਹ ਰੀਅਲਿਸਟਿਕ ਟਿਪਸ ਹੈਗੇ ਨੇ, ਸਸਟੇਨੇਬਲ ਟਿਪਸ ਹੈਗੇ ਨੇ, ਕੋਈ ਮੈਜਿਕ ਨਹੀਂ ਹੈਗਾ। ਤੇ ਅਸੀਂ ਇਹ ਵੀ ਚਾਹੁੰਦੇ ਕਿ ਲੋਕ ਜਿਹੜੇ ਗੋਲਸ ਬਣਾਉਣਗੇ ਇਹ ਚੈਲੰਜ ਦੇ ਨਾਲ, ਉਹ ਰੀਅਲਿਸਟਿਕ ਗੋਲਸ ਹੋਣ, ਉਹ ਅਟੇਨੇਬਲ ਗੋਲਸ ਹੋਣ, ਰਾਈਟ? ਐਂਡ ਇਹ ਨਹੀਂ ਮਤਲਬ ਕਿ ਅੱਛਾ ਇੱਕ ਹਫਤੇ ਵਿੱਚ ਮੈਂ 10 ਪਾਉਂਡ ਲੂਜ਼ ਕਰਨੇ ਨੇ, ਨਹੀਂ। ਸੋ ਰੀਅਲਿਸਟਿਕ ਗੋਲਸ ਵੀ ਅਸੀਂ ਸੈੱਟ ਕਰਨੇ ਨੇ। ਉਹ ਆਪਾਂ ਇੱਕ ਵਰਡ ਯੂਜ਼ ਕਰਦੇ ਹੈਗੇ ਸਮਾਰਟ ਗੋਲ ਸੈਟਿੰਗ, ਰਾਈਟ? ਅਗਰ ਅੱਜ ਆਪਣੇ ਕੋਲ ਟਾਈਮ ਹੈਗਾ ਵਾ, ਆਪਾਂ ਇਹਦੇ ਬਾਰੇ ਗੱਲ ਕਰੀਏ ਕਿ ਸਮਾਰਟ ਗੋਲ ਕਾਹਤੋਂ ਸੈੱਟ ਕਰਨੇ ਇੰਪੋਰਟੈਂਟ ਹੁੰਦੇ ਨੇ। ਸੋ ਸਮਾਰਟ ਗੋਲ ਪਹਿਲੇ ਤੇ ਸਮਾਰਟ ਗੋਲ ਜਿਹੜੇ ਹੁੰਦੇ ਨੇ ਉਹ ਸਪੈਸੀਫਿਕ ਹੁੰਦੇ ਨੇ, ਮਤਲਬ ਕਿ ਤੁਸੀਂ ਕੀ ਅਚੀਵ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਤੇ ਤੁਸੀਂ ਕਿੱਦਾਂ ਉਹਨੂੰ ਅਚੀਵ ਕਰੋਗੇ, ਤੇ ਕਿਹੜੇ ਟਾਈਮ ਫਰੇਮ ਵਿੱਚ ਤੁਸੀਂ ਅਚੀਵ ਕਰੋਗੇ, ਰਾਈਟ? ਅਗੇਨ ਜੇ ਕਿਸੇ ਦਾ ਮੈਂ ਉਹੀ ਐਗਜ਼ਾਮਪਲ ਯੂਜ਼ ਕਰਾਂਗੀ ਕਿ ਜੇ ਕੋਈ ਕਹਿ ਰਿਹਾ ਕਿ ਉਹ weight lose ਕਰਨਾ ਚਾਹੁੰਦੇ ਨੇ 10 ਪਾਉਂਡ ਇੱਕ ਮਹੀਨੇ ਵਿੱਚ, ਰਾਈਟ? ਅਗੇਨ ਰੀਅਲਿਸਟਿਕ ਹੈਗਾ ਕਿ ਨਹੀਂ? ਜਿੱਦਾਂ ਅਸੀਂ ਗੱਲਬਾਤ ਕੀਤੀ ਸੀ ਕਿ ਇੰਨਾ ਰੀਅਲਿਸਟਿਕ ਨਹੀਂ ਹੈਗਾ ਕਿਉਂਕਿ ਇਹ ਹੈਲਥੀ ਨਹੀਂ ਹੈਗਾ, ਇਟਸ too fast, right? So sustainable ਜਾਂ healthy weight loss ਅਸੀਂ ਜਿਹੜਾ ਕਹਿੰਦੇ ਆ 1 pound per week। so ਜੇ ਤੁਸੀਂ ਉਹ ਗੋਲ ਸੈੱਟ ਕਰਦੇ ਹੋ ਕਿ ਮੈਂ ਇੱਕ ਮਹੀਨੇ ਵਿੱਚ 4 ਪਾਉਂਡ ਲੂਜ਼ ਕਰਨੇ ਨੇ, that's number 1। ਤੇ ਫਿਰ ਤੁਸੀਂ ਕਿੱਦਾਂ ਕਰੋਗੇ? ਮੇਬੀ ਤੁਸੀਂ ਜਿੱਥੇ ਤੁਸੀਂ 3 ਰੋਟੀਆਂ ਖਾ ਰਹੇ ਹੋ, ਹੁਣ ਤੁਸੀਂ 2 ਰੋਟੀਆਂ ਜਾਂ ਤੁਸੀਂ 1 ਰੋਟੀ ਖਾਓਗੇ, ਜਾਂ ਜਿੱਥੇ ਤੁਸੀਂ ਐਕਸਰਸਾਈਜ਼ ਬਿਲਕੁਲ ਨਹੀਂ ਕਰਦੇ ਹੋ ਉਹ ਤੁਸੀਂ ਇੱਕ ਹਫਤੇ ਵਿੱਚ ਤੁਸੀਂ 3 ਵਾਰੀ ਤੁਸੀਂ ਜਿਮ ਜਾਓਗੇ ਜਾਂ ਤੁਸੀਂ ਵਾਕ ਕਰਨ ਵਾਸਤੇ ਜਾਓਗੇ for 30 minutes, ਰਾਈਟ? ਤੇ ਫਿਰ ਤੁਸੀਂ ਕਿੰਨੀ ਦੇਰ ਵਾਸਤੇ ਤੁਸੀਂ ਕੰਟੀਨਿਊ ਰੱਖਣਾ ਹੈ। ਸੋ ਮੇਬੀ ਤੁਸੀਂ ਆਪਣੀ ਫੈਮਿਲੀ ਦੇ ਨਾਲ ਤੁਸੀਂ ਗੋਲ ਸੈੱਟ ਕਰ ਸਕਦੇ ਹੋ ਕਿ ਇਹ ਅਗਲੇ 6 ਮਹੀਨੇ ਵਾਸਤੇ ਇਹ ਕਰਨਾ ਹੀ ਕਰਨਾ ਹੈ, ਤੇ ਉਸ ਤੋਂ ਬਾਅਦ ਅਸੀਂ ਮੇਨਟੇਨੈਂਸ ਫੇਜ਼ ਵਿੱਚ ਅਸੀਂ ਜਾ ਸਕਦੇ ਹਾਂ। ਜੀ, ਮਤਲਬ ਕਿ ਜਿਹੜੇ ਸਮਾਰਟ ਗੋਲਸ ਹੈਗੇ ਨੇ ਤੁਹਾਨੂੰ ਰੀਅਲਿਸਟਿਕ ਗੋਲ ਸੈੱਟ ਕਰਨ 'ਚ ਹੈਲਪ ਕਰਨਗੇ। ਫਿਰ ਜਦੋਂ ਇਹ ਗੋਲ ਤੁਹਾਡੇ ਸਪੈਸੀਫਿਕ ਹੋਣਗੇ, ਟਾਈਮ ਤੁਸੀਂ ਦੱਸਿਆ ਹੋਏਗਾ, ਟਾਈਮ ਫਰੇਮ ਹੋਏਗਾ, ਤੇ ਫਿਰ ਤੁਸੀਂ ਕਿਵੇਂ ਕਰਨਾ ਹੈਗਾ ਵਾ, ਇਹ ਜਦੋਂ ਮੇਬੀ ਇਹ ਲਿਖ ਲੈਣਾ ਚਾਹੀਦਾ ਹੈਗਾ ਵਾ, ਤੇ ਫਿਰ ਤੁਹਾਡਾ ਕੌਨਫੀਡੈਂਸ ਵੀ ਉਹਦੇ ਤੋਂ ਗੇਨ ਹੁੰਦਾ ਕਿ ਜਦੋਂ ਤੁਸੀਂ 1 by 1 ਉਹ ਤੁਸੀਂ ਆਪਦਾ ਫਿਨਿਸ਼ ਕਰਦੇ ਹੈਗੇ ਹੋ ਈਜ਼ੀਲੀ। ਅਗਰ ਉਹ ਗੋਲ ਤੁਸੀਂ ਸੈੱਟ ਕੀਤਾ ਵਾ, ਸਮਾਲ ਗੋਲ ਹੈਗਾ, ਉਹ ਤੁਹਾਡੇ ਤੋਂ ਅਟੇਨ ਹੋ ਜਾਂਦਾ ਹੈਗਾ, ਫਿਰ ਤੁਹਾਡਾ ਜਿਹੜਾ ਕੌਨਫੀਡੈਂਸ ਨੂੰ ਹੋਰ ਬੂਸਟ ਮਿਲਦਾ ਹੈਗਾ, ਤੇ ਤੁਹਾਡਾ ਦਿਲ ਕਰਦਾ ਹੈਗਾ ਕਿ ਉਹ ਤੁਸੀਂ ਹੋਰ ਕੇ ਕੀਤਾ ਜਾਵੇ। ਹਾਂਜੀ ਅਮਰ ਜੀ, ਕੀ ਪੁਆਇੰਟ ਐਡ ਕਰਨਾ ਚਾਹੋਗੇ? बहुत अच्छा एक्सप्लेन किया मैंने। एक छोटा सा पॉइंट और ऐड करूंगी फ्रॉम दी सेल्फ मैनेजमेंट पर्सपेक्टिव कि जब भी आप गोल सेट करें, बहुत अच्छी बात है आप उसको लिख भी लें, आपने रियलिस्टिक भी है, अचीवेबल भी है, टाइम लाइन्ड भी है, उसको देखें, एक दफ़ा पढ़ें और फिर अपने आप से पूछें कि आपको कितना कॉन्फिडेंस है उस गोल को अचीव करने में। और उसमें हम नॉर्मली कहते हैं कि 1 से लेके 10 तक। 10 मतलब आपको बहुत ज़्यादा कॉन्फिडेंस है, लाइक 100%, और 1 के बिल्कुल भी कॉन्फिडेंस नहीं है। आप अपने फिर जवाब सोचें कि ओ मुझे लगता है कि मैं 80% श्योर हूँ, या मेरा कॉन्फिडेंस स्कोर जो है वो 8 है, तो आप मेरी बात को लिख लें, वो गोल आप अचीव कर सकते हैं। अगर आपका कॉन्फिडेंस लेवल 7 से कम आ रहा है तो इट मीन्स कि थोड़ा सा आपने गोल अपने लिए सख्त बनाया है, उसको कम कर लें। हर बंदे का, इंसान का इंडिविजुअल गोल होता है। अगर
میں گول بنا رہی ہوں تو ضروری نہیں ہے کہ جو میرے ساتھ کلیگ ہیں یا میرے ساتھ جو کام کرتے ہیں میرے دوست ہیں یا میری فیملی ممبر کا بھی وہی گول ہوگا. جی سو ایوری پرسن ہیز انڈیویجول گول اینڈ دا پرسن ہیز اون کانفیڈینس لیول جی اینڈ دیٹ ول ہیلپ دیم ٹو اچیو دیٹ جی. گول. اور اگر ہم ویٹ لاس کی بات کریں اس میں بیریئرز کے بارے میں بات کریں گے. ہاں جی منمیت جی آپ پوائنٹ ایڈ کرنا چاہیں گے؟ ہاں جی میں ایمبر دے پوائنٹ ایڈ کرنا چاہتی سی کہ لائک ایگزامپل دینا چاہتی سی کہ اگر کسی دی لائف بہت زیادہ بزی ہے سپوز اور 9 ਤੋਂ ਲੈ ਕੇ 7 o'clock ਤੱਕ ਬਿਜ਼ੀ ਨੇ ਔਰ ਉਹਨਾਂ ਨੇ ਗੋਲ ਬਣਾਇਆ ਕਿ ਕੱਲ ਜਾ ਕੇ ਮੈਂ 1 ਘੰਟੇ ਦੀ ਐਕਸਰਸਾਈਜ਼ ਕਰਾਂਗਾ, ਮੈਂ ਘਰ ਜਾ ਕੇ ਇਹ ਵੀ ਕਰਾਂਗਾ ਉਹ ਵੀ ਕਰਾਂਗਾ, ਉਹ ਜੋ ਹੈ ਉਹ ਸਪੈਸੀਫਿਕ ਗੋਲ ਨਹੀਂ ਹੈ. ਉਹ ਗੋਲ ਜਿਹੜਾ ਉਹ ਹਫਤੇ ਦੇ ਵਿੱਚ ਹੀ ਖਤਮ ਹੋ ਜਾਏਗਾ. ਰਾਈਟ. ਸੋ ਉਹਨਾਂ ਨੂੰ ਸਿਰਫ ਇੰਨਾ ਗੋਲ ਬਣਾਉਣਾ ਚਾਹੀਦਾ ਹੈ ਕਿ ਲਾਈਕ 15 ਮਿੰਟਸ ਦੀ ਮੈਂ ਐਕਸਰਸਾਈਜ਼ ਕਰਾਂਗਾ ਆਪਣੇ ਟਾਈਮ ਦੇ, ਅਗਲੇ ਦਿਨ ਜਾ ਕੇ ਮੈਂ ਇਹ ਵਾਲਾ ਚੇਂਜ ਕਰਾਂਗਾ. ਉਹ ਸਪੈਸੀਫਿਕ ਸਮਾਰਟ ਗੋਲਸ ਕਿੰਨੇ ਜਾਂਦੇ ਨੇ, ਰੀਅਲਿਸਟਿਕ ਗੋਲਸ. ਜਿਹੜੇ ਕਿ ਮਤਲਬ ਕਿ ਥੋੜੇ ਡੂਏਬਲ ਹੈਗੇ ਕਿ ਥੋੜੇ ਉਹ ਕੌਨਫੀਡੈਂਸ ਨੂੰ ਹੋਰ ਅੱਗੇ ਜਾ ਕੇ ਵਧਾਉਂਦੇ ਹੈਗੇ ਆ. ਫਿਰ ਥੋੜੇ ਚਾਂਸਸ ਹੁੰਦੇ ਆ ਕਿ ਤੁਸੀਂ ਉਹ ਗੋਲਸ ਨੂੰ ਯੂ ਸਟਿਕ ਵਿਦ ਇਟ ਐਂਡ ਦੈਨ ਯੂ ਕੰਟੀਨਿਊ ਵਿਦ ਇਟ ਬੇਸਿਕਲੀ. تھینک یو. ہاں جی مجھے اگر بات کریں بیریئرس کی ویٹ لاس میں وہ کون سے بیریئرز ہوتے ہیں؟ سم ٹائمز جو سب سے بڑا ویٹ لاس میں بیریئر ہوتا ہے وہ گول کا اچیو نہ ہونا, یا ان ادر ورڈز دیر آر ٹائمز وین یو ڈونٹ سی اینی ویٹ چینج آن دا اسکیل بٹ یو آر اسٹل ڈوئنگ دا سیم تھنگز دیٹ یو ہیو بین ڈوئنگ. میرے ایکسپیرینس کے مطابق یہ سب سے بڑا بیریئر لوگوں کو فیل ہوتا ہے. لیکن پلیز بلیو می, اگر آپ ہیلدی کھا پی رہے ہیں, آپ کا ہیلدی لائف اسٹائل ہے, آپ پورشن کنٹرول پہ فوکس کر رہے ہیں, آپ میل اسپیسنگ میل ریگولیرٹی پہ فوکس کر رہے ہیں, پلیٹ میتھڈ اڈاپٹ کر رہے ہیں, لو فیٹ چوائسیز ہیں آپ کی, کیلوری انٹیک آپ کا پرفیکٹ ہے اور آپ کی ایکٹیویٹی گڈ ہے, تو جسٹ ڈونٹ اسٹاپ. کنٹینیو ڈوئنگ دیٹ. باڈی سم ٹائمز گیٹ یوز ٹو آف اٹ, میٹابولزم سسٹینڈ ہو جاتا ہے, لیکن اس کا مطلب یہ نہیں ہوتا کہ یو شوڈ اسٹاپ ڈوئنگ واٹ ایور یو ڈوئنگ. اینڈ دیر از آلویز اے بوسٹ. باڈی کا جیسے ہی باڈی اس سے ایکوینٹڈ ہوتی ہے, باڈی اسٹارٹ ورکنگ آؤٹ مور اور میٹابولزم بوسٹ اپ ہو جاتا ہے. آئی نو اٹس ویری کیمیکل, ویری ان سائڈ دا باڈی انفارمیشن, لیکن بیریئر سب سے جو میری ایکسپیرینس میں ہے کہ اس سے ڈرنا نہیں ہے اگر اسکیل اپنی جگہ سے موو نہیں ہو رہا تو. جی, تو اس کا یہ مطلب یہ کہ آپ باڈی فیٹ نہیں لوز کر رہے ہو, کہ آپ اس میں جو اسٹرینتھنگ بھی ہوتی ہے, آپ میں بھی آپ مسل ماس آپ کا بلڈ ہو رہا ہے, رائٹ, اور آپ کا اسٹیمنا بڑھے گا. ایکچولی دس از جسٹ ٹو ایڈ ون مور پوائنٹ کہ مسل کا ویٹ فیٹ سے زیادہ ہوتا ہے باڈی میں. سو اگر آپ ویٹ ریزسٹنس بھی کر رہے ہیں ان ایڈیشن ٹو یور ریگولر کارڈیو فزیکل ایکٹیویٹی, تو سم ٹائمز اگین یو وونٹ سی دا ڈفرنس آن دا اسکیل, کیونکہ اگر ایک میرے فیٹ کا جو ہے وزن جتنا ہے, اگر اسی جگہ میں نے مسلز ریپلیس کر دی ہیں تو میرا وزن ویئنگ اسکیل کے اوپر پاؤنڈز میں شاید زیادہ آئے گا, لیکن میری باڈی مور ٹونڈ ہو جائے گی. ایٹ دیٹ پوائنٹ ایکچولی ہم لوگ میجرمنٹس کو انکریج کرتے ہیں کہ آپ جب اپنا ویٹ لاس کا جب ابھی چیلنج ایکسیپٹ کریں تو باڈی میجرمنٹس آر ویری امپورٹنٹ. ویسٹ لائن, ہپ لائن, آرمز آپ میجر کریں اینڈ دین یو ول سی دا ڈفرینس, اور مے بی یو وونٹ سی دا ڈفرینس آن دا ویئنگ اسکیل. اور جو ویسٹ لائن کا جو ابھی یو نو وی آر فوکسنگ مور آن ویسٹ, اس کے کیا پیرامیٹرز ہونے چاہیے؟ Waist circumference is actually now the most authentic criteria for health complications. اس میں جو آدمی ہیں ان کا 102 سینٹی میٹر سے کم ہونا چاہیے, اور پلیز کریکٹ می اف آئی ایم مکسنگ نمبرز, اینڈ 92 سینٹی میٹر فار وومن. جی, اور جو آئی تھنک جو ساؤتھ ایشینس کے لیے ہے وہ اس کے پیرامیٹرز اس سے بھی اسٹرکٹ ہیں, کیونکہ جو ساؤتھ ایشینس ہوتے ہیں ان کو جو ڈائبٹیز یا کارڈیو واسکولر رسک فیکٹر ان کا بڑا ہوتا ہے. فیمیل کے لیے از لیس دین 80 سینٹی میٹرز اینڈ فار میلز از لیس دین 90 سینٹی میٹرز. جی, سو یہ بہت امپورٹنٹ ہے. یہ آپ کو بتاتا ہے کہ آپ کا ویٹ آپ کے حساب سے جو وہ ہیلدی ویٹ پہ ہیں یا نہیں. تو اگر بہت ایزی ہے اس کو میجر کرنا, وہ آپ ہپ بون سے کرتے ہو اپنی ویسٹ لائن کو میجر. سو فیمیلز کے لیے لیس دین 80 سینٹی میٹرز, فار میلز از لیس دین 90 سینٹی میٹرز. ہاں جی عمر, اگر ہم کوئک فکس کی بات کریں ویٹ لاس میں, کہ کتنے یو نو ہمیں کلائنٹس ہمیں پوچھتے ہیں, ہماری یو نو سوشل میڈیا پہ ہوتا ہے کہ اگر آپ نیمبو پانی پی لو, یو نو گرم نیمبو پانی پی لو صبح اٹھ کر, اس سے آپ کی ویٹ لاس میں ہیلپ ہو جائے گی. وہ ایسی چیزیں کتنی افیکٹو ہوتی ہیں؟
कोई एविडेंस नहीं है, कोई उस पर रिसर्च नहीं है जो हमें सपोर्ट करे, जिस पे मेरे पास इनफ कॉन्फिडेंस हो कि मैं आगे रिकमेंड कर सकूं. नींबू पानी आपको टेस्ट पसंद है उसका आप पी लीजिए, लेकिन आई डोंट थिंक सो यू कैन रिलेट इट टू वेट लॉस. आई हैव ज़ीरो कॉन्फिडेंस इन गिविंग दैट रिकमेंडेशन. तो यहाँ पे स्टॉप डायबिटीज़ फाउंडेशन का काम आता है कि आपको जो ऑथेंटिक है एविडेंस बेस्ड इंफॉर्मेशन है आपके पास लेकर आना. तो जो अगर हम अभी वापस चैलेंज पे जाएं 8 वीक्स टू हेल्दियर यू के बारे में बताएं कि ये चैलेंज वही आपकी इंफॉर्मेशन को बढ़ाएगा और एविडेंस बेस्ड इंफॉर्मेशन आपके पास लेकर आएगा, जो कि आप सही इंफॉर्मेशन से अपना फ़ायदा उठाएं, ना कि जो आप गलत इंफॉर्मेशन आपको सोशल मीडिया से मिलती है और उसको आपको नुकसान करे. हाँ जी मनमीत जी, हमारे पास अभी टाइम थोड़ा रह गया है, तो अभी आप क्विक से मुझे बता दें चैलेंज के बारे में, रजिस्ट्रेशन कैसे करनी है, ये शुरू कब से हो रहा है. सो अगेन इन पंजाबी कोई भी बोले, हमारे दर्शक दोनों ही समझते हैं. सो ਅਸੀਂ ਇਹ ਚੈलेंज May 22nd ਨੂੰ ਸਟਾਰਟ ਕਰ ਰਹੇ ਹਾਂ. ਇਟਸ ਫॉर 8 weeks and it will last till July 15th. ਐਂਡ ਰਜਿਸਟ੍ਰੇਸ਼ਨਸ ਦੇ ਵਾਸਤੇ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ. ਅਗੇਨ 6479867867. ਈਮੇਲ ਆਈਡੀ ਹੈ sdf8weekchallenge@gmail.com. sdf8weekchallenge challenge@gmail.com. ਥੈਂਕ ਯੂ ਮਨਮੀਤ ਜੀ ਤੁਹਾਡਾ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਨ ਵਾਸਤੇ. ਮੈਂ ਤੁਹਾਡੇ 3 ਜਣਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈਗੀ ਹਾਂ ਕਿ ਤੁਸੀਂ ਅੱਜ ਸਾਡੇ ਟੀਵੀ ਸ਼ੋਅ ਦੇ ਵਿੱਚ ਜੁੜੇ, ਸਾਨੂੰ ਚੈਲੰਜ ਦੇ ਬਾਰੇ ਵਿੱਚ ਇਨਫੋਰਮੇਸ਼ਨ ਦਿੱਤੀ, ਤੇ ਮੈਨੂੰ ਉਮੀਦ ਹੈਗੀ ਹੈ ਕਿ ਤੁਹਾਨੂੰ ਬਹੁਤ ਹੀ ਹੁੰਗਾਰਾ ਮਿਲੇਗਾ ਇਸ ਚੈਲੰਜ ਦੇ ਵਾਸਤੇ. ਤੇ ਨਾਲ ਦੀ ਨਾਲ ਤੁਸੀਂ ਬਹੁਤ ਜਿਹੜੀਆਂ ਹੈਲਦੀ ਲਾਈਫ ਸਟਾਈਲ ਟਿਪਸ ਸਾਡੇ ਨਾਲ ਸ਼ੇਅਰ ਕੀਤੀਆਂ, ਤੇ ਇਹੀ ਟਿਪਸ ਜਿਹੜੀਆਂ ਚੈਲੰਜ ਲੈ ਕੇ ਆ ਰਿਹਾ ਹੈਗਾ. ਮੈਨੂੰ ਲੱਗਦਾ ਨਹੀਂ, ਮੈਨੂੰ ਪੂਰਾ ਵਿਸ਼ਵਾਸ ਹੈਗਾ ਕਿ ਲੋਕ ਇਸ ਤੋਂ ਬਹੁਤ ਫਾਇਦਾ ਉਠਾਣਗੇ. ਅੰਬਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ. ਮਨਮੀਤ ਜੀ, ਅਮਨ ਜੀ, ਬਹੁਤ ਬਹੁਤ ਥੈਂਕ ਯੂ ਕਿ ਤੁਸੀਂ ਸਾਡੇ ਨਾਲ ਜੁੜੇ. ਥੈਂਕ ਯੂ ਗਗਨ, ਥੈਂਕ ਯੂ ਸੋ ਮਚ. ਹਾਂਜੀ, ਅੱਗੇ ਤੁਹਾਨੂੰ ਦੱਸ ਦਈਏ ਕਿ ਅਗਲੇ ਹਫਤੇ ਤੁਹਾਡੇ ਲਈ ਇੱਕ ਹੋਰ ਵਧੀਆ ਟੌਪਿਕ ਅਸੀਂ ਲੈ ਕੇ ਤੁਹਾਡੇ ਨਾਲ ਜੁੜਾਂਗੇ. ਜੋ ਆਪਾਂ ਹੁਣ ਤੱਕ ਮੈਕਰੋ ਨਿਊਟ੍ਰੀਐਂਟਸ ਦੇ ਬਾਰੇ ਆਪਾਂ ਗੱਲ ਕਰਦੇ ਆ ਰਹੇ ਹੈਗੇ ਆ, ਤੇ ਅਗਲੇ ਹਫਤੇ ਜਿਹੜੀ ਆਪਾਂ ਗੱਲ ਕਰਨੀ ਹੈ ਉਹ ਮਾਈਕਰੋ ਨਿਊਟ੍ਰੀਐਂਟਸ ਦੇ ਬਾਰੇ ਵਿੱਚ ਗੱਲ ਕਰਨੀ ਹੈਗੀ ਹੈ. ਤੇ ਜਿਹੜੇ ਮਾਈਕਰੋ ਨਿਊਟ੍ਰੀਐਂਟਸ ਨੇ ਉਹ ਆਪਣੀ ਹੈਲਥ ਨਾਲ ਕਿਵੇਂ ਰਿਲੇਟਡ ਹੈਗੇ ਨੇ, ਤੇ ਉਹ ਆਪਾਂ ਨੂੰ ਕਿਹੜੇ ਖਾਣਿਆਂ ਦੇ ਵਿੱਚੋਂ ਮਿਲ ਸਕਦੇ ਨੇ, ਇਹਦੇ ਬਾਰੇ ਵਿੱਚ ਆਪਾਂ ਨੂੰ ਹੋਰ ਜਾਣਕਾਰੀ ਦੇਣਗੇ ਅੰਬਰ ਖਾਲਿਦ ਜੀ. ਤੇ ਇਹ ਤੁਸੀਂ ਪ੍ਰੋਗਰਾਮ ਸਾਡਾ ਦੇਖਣਾ ਨਾ ਭੁੱਲਣਾ, ਅਗਲੇ ਹਫਤੇ ਦਿਨ ਸੋਮਵਾਰ ਰਾਤ 7:30 ਵਜੇ ਔਨ ਯੋਰ ਹੈਲਥ ਟੀਵੀ ਸ਼ੋ ਔਨ ਚੈਨਲ Y. ਤੇ ਹੁਣ ਮੈਨੂੰ ਇੱਥੇ ਤੱਕ ਦਿਓ ਇਜਾਜ਼ਤ, ਅਗਲੇ ਹਫਤੇ ਆਪਾਂ ਫਿਰ ਮਿਲਦੇ ਹਾਂ. ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ.